ਹੈਲੋ ਗੁੱਡ ਮੋਰਨਿੰਗ ਬੇਟਾ। ਸਮੈਸਟਰ 5th ਦੇ ਵਿੱਚ ਜਿਹੜਾ ਪੇਪਰ 1 ਆਪਣਾ ਹੈ, ਬੁੱਕ ਦਾ ਨਾਂ ਹੈਗਾ ਵਾ ਡਾਇਨਾਮਿਕਸ। ਇਹਦੇ ਵਿੱਚ ਆਪਣੇ ਕੋਲ ਟੋਟਲ 9 ਚੈਪਟਰ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਫਸਟ ਚੈਪਟਰ ਹੈਗਾ ਵਾ ਬੇਸਿਕ ਕਨਸੈਪਟਸ ਰਿਲੇਟਡ ਟੂ ਡਾਇਨਾਮਿਕਸ। ਬਾਕੀ ਦੇ 8 ਚੈਪਟਰ 4 ਸੈਕਸ਼ਨ ਦੇ ਵਿੱਚ ਡਿਵਾਈਡਡ ਹੈਗੇ ਆ। ਤਕਰੀਬਨ ਹਰ ਇੱਕ ਸੈਕਸ਼ਨ ਦੇ ਵਿੱਚ 2 ਚੈਪਟਰ ਹੈ ਜਿਹੜੇ ਆਪਾਂ ਅੱਗੇ ਸਟੱਡੀ ਕਰਨੇ ਆ। ਸਭ ਤੋਂ ਪਹਿਲਾਂ ਬੇਸਿਕ ਕਨਸੈਪਟਸ ਦੇ ਵਿੱਚ ਆਪਾਂ ਡੈਫੀਨੇਸ਼ਨਸ ਪੜ੍ਹ ਲਈਏ ਕਿ ਡਾਇਨਾਮਿਕਸ ਕਹਿੰਦੇ ਕਿਹਨੂੰ ਆ। ਡਾਇਨਾਮਿਕਸ ਇੱਕ ਮਕੈਨਿਕਸ ਦੀ ਬ੍ਰਾਂਚ ਹੈਗੀ ਆ, ਜਿਹਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ ਮੋਸ਼ਨ ਆਫ ਬੋਡੀਜ਼ ਡਿਊ ਟੂ ਦ ਐਕਸ਼ਨ ਆਫ ਸਰਟਨ ਫੋਰਸਿਸ ਐਕਟਿੰਗ ਔਨ ਇਟ। ਡਾਇਨਾਮਿਕਸ ਨੂੰ ਫਰਦਰ 2 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਫਸਟ ਪਾਰਟ ਦਾ ਨਾਮ ਹੈਗਾ ਵਾ ਕਾਈਨਾਮੈਟਿਕਸ, ਦੂਸਰੇ ਦਾ ਨਾਮ ਹੈਗਾ ਵਾ ਕਾਈਨੈਟਿਕਸ। ਕਾਈਨਾਮੈਟਿਕਸ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ ਸਿਰਫ ਮੋਸ਼ਨ ਨੂੰ। ਫੋਰਸਿਸ ਨੂੰ ਆਪਾਂ ਕੰਸੀਡਰ ਨਹੀਂ ਕਰਦੇ ਕਿ ਕਿਹੜੀ ਫੋਰਸਿਸ ਐਕਟ ਕਰਨ ਡਈਆਂ ਵਾ। ਉਹਨਾਂ ਫੋਰਸਿਸ ਦੇ ਕਾਰਨ ਜਿਹੜਾ ਮੋਸ਼ਨ ਹੁੰਦਾ ਪਿਆ, ਆਪਾਂ ਸਿਰਫ ਉਹਨੂੰ ਸਟੱਡੀ ਕਰਦੇ ਹਾਂ। ਸੈਕੰਡ ਕਾਈਨੈਟਿਕਸ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ ਸਿਰਫ ਫੋਰਸਿਸ ਨੂੰ, ਕਿ ਉਹਨਾਂ ਦਾ ਆਪਸ ਵਿੱਚ ਰਿਲੇਸ਼ਨਸ਼ਿਪ ਕੀ ਆ। ਓਕੇ, ਅਤੇ ਫੋਰਸਿਸ ਦੇ ਨਾਲ ਹੋਰ ਜਿਹੜੇ ਕੰਸਰਨ ਟੋਪਿਕਸ ਹੈਗੇ ਉਹ ਸਟੱਡੀ ਕਰਦੇ ਆਪਾਂ। ਨੈਕਸਟ ਬੇਟਾ ਆਪਾਂ ਇੱਥੇ ਲਿਖਿਆ ਵਾ ਰੈਸਟ ਡੈਫੀਨੇਸ਼ਨ। ਓਕੇ, ਰੈਸਟ ਬੇਟਾ ਕੀ ਆ, ਆਪਾਂ ਸਭ ਨੂੰ ਪਤਾ ਵਾ। ਰੈਸਟ ਇੱਕ ਇੱਦਾਂ ਦੀ ਪੋਜੀਸ਼ਨ ਆ ਬੋਡੀ ਦੀ ਜਿਹਦੇ ਵਿੱਚ ਉਹ ਬੋਡੀ ਮੂਵ ਨਹੀਂ ਕਰਦੀ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿਹਦੀ ਇਨੀਸ਼ੀਅਲ ਵੈਲੋਸਿਟੀ ਅਤੇ ਫਾਈਨਲ ਵੈਲੋਸਿਟੀ ਦੋਨੇ 0 ਹੋਣ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬੋਡੀ ਰੈਸਟ ਦੇ ਵਿੱਚ ਹੈਗੀ ਆ। ਓਕੇ, ਨੈਕਸਟ ਮੋਸ਼ਨ ਕਿਹਨੂੰ ਕਹਿੰਦੇ ਆ? ਜਦੋਂ ਕੋਈ ਬੋਡੀ ਆਪਣੀ ਪੋਜੀਸ਼ਨ ਚੇਂਜ ਕਰਦੀ ਆ, ਆਪਾਂ ਕਹਿ ਦਿੰਦੇ ਕਿ ਉਹ ਮੋਸ਼ਨ ਦੇ ਵਿੱਚ ਹੈਗੀ ਆ। ਥਰਡ ਪਾਥ ਬੇਟਾ ਕਿਹਨੂੰ ਕਹਿੰਦੇ ਆ? ਪਾਥ ਦਾ ਮਤਲਬ ਹੈਗਾ ਕਿ ਜਦੋਂ ਕੋਈ ਬੋਡੀ ਮੂਵ ਕਰਦੀ ਆ, ਠੀਕ ਆ, ਉਹ ਕਿਹੜੀ ਕਰਵ ਦੇ ਅਲੋਂਗ ਮੂਵ ਕਰ ਰਹੀ ਹੈ, ਕਿ ਕਿਹੜਾ ਪਾਥ ਫੋਲੋ ਕਰਦੀ ਹੈ। ਪਾਥ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਬੋਡੀ ਮੂਵ ਕਰਦੀ ਆ, ਜਿਹੜੀ ਕਰਵ ਟਰੇਸ ਹੁੰਦੀ ਆ ਉਹਨੂੰ ਆਪਾਂ ਪਾਥ ਕਹਿ ਦਿੰਦੇ ਹਾਂ ਬੋਡੀ ਦੇ ਮੂਵਮੈਂਟ ਦੇ ਨਾਲ। ਫੋਰਥ ਬੇਟਾ ਲਿਖਿਆ ਵਾ ਪੋਜੀਸ਼ਨ ਦਾ ਮਤਲਬ ਹੈਗਾ ਕਿ ਕਿਸੇ ਪਰਟੀਕੂਲਰ ਟਾਈਮ 'ਤੇ ਬੋਡੀ ਕਿਸ ਪੁਆਇੰਟ 'ਤੇ ਹੈਗੀ ਆ। ਸਿੰਪਲ ਜਿਹੇ ਕੰਸੈਪਟ ਹੈਗੇ ਬੇਟਾ, ਜਿਹੜੇ ਤੁਸੀਂ ਛੋਟੀ ਕਲਾਸਾਂ 'ਚ ਵੀ ਪੜ੍ਹੇ ਆ। ਓਕੇ, ਆਪਾਂ ਸਿਰਫ ਇੱਕ ਵਾਰ ਇਹਨਾਂ ਨੂੰ ਗੋ ਥਰੂ ਹੋਣ ਡਏ ਹਾਂ। ਨੈਕਸਟ ਹੈਗਾ ਵਾ ਡਿਸਪਲੇਸਮੈਂਟ ਦਾ ਮਤਲਬ ਕੀ ਹੁੰਦਾ ਵਾ ਕਿ ਜਿਸ ਤਰ੍ਹਾਂ ਕੋਈ ਬੋਡੀ ਮੂਵ ਕਰ ਰਹੀ ਆ। ਫੋਰ ਐਗਜ਼ਾਮਪਲ ਤੁਹਾਡੀ ਸਕਰੀਨ 'ਤੇ ਮੈਂ ਡਰਾ ਕਰ ਦਿੰਦਾ ਵਾਂ ਕਿ ਕੋਈ ਬੋਡੀ ਸਟਾਰਟ ਹੋਈ ਇਸ ਪੁਆਇੰਟ ਤੋਂ, A ਪੁਆਇੰਟ ਤੋਂ, A ਤੋਂ B ਤੱਕ ਗਈ, B ਤੋਂ C ਤੱਕ ਗਈ, C ਤੋਂ ਫਿਰ D ਤੱਕ ਆ ਗਈ। ਹੁਣ ਜੇ ਤਾਂ ਮੈਂ ਡਿਸਟੈਂਸ ਲੱਭਣਾ ਹੋਵੇ ਤਾਂ ਡਿਸਟੈਂਸ ਕਿੱਦਾਂ ਲੱਭੂਗਾ? ਮੈਂ AB + BC + CD। ਪਰ ਜੇ ਡਿਸਪਲੇਸਮੈਂਟ ਲੱਭਣਾ ਹੋਵੇ ਤਾਂ ਡਿਸਪਲੇਸਮੈਂਟ ਦਾ ਮਤਲਬ ਕੀ ਹੁੰਦਾ ਵਾ? ਡਿਸਟੈਂਸ ਬਿਟਵੀਨ ਦਾ ਸਟਾਰਟਿੰਗ ਐਂਡ ਦਾ ਫਾਈਨਲ ਪੁਆਇੰਟ। ਇਹਦਾ ਮਤਲਬ ਕਿ ਡਿਸਪਲੇਸਮੈਂਟ ਇਸ ਕੇਸ ਦੇ ਵਿੱਚ ਸਿਰਫ AD ਹੋਊਗਾ। ਸਿਰਫ AD ਨੂੰ ਆਪਾਂ ਕਹਾਂਗੇ ਕਿ AD ਕੀ ਚੀਜ਼ ਹੈ? AD ਹੈਗਾ ਵਾ ਡਿਸਪਲੇਸਮੈਂਟ, ਕਿ ਬੋਡੀ ਮੂਵ ਕਿੰਨਾ ਕੁ ਕੀਤੀ ਆ ਫਰੋਮ ਸਟਾਰਟਿੰਗ ਪੁਆਇੰਟ ਟੂ ਫਾਈਨਲ ਪੁਆਇੰਟ। ਓਕੇ, ਨੈਕਸਟ ਬੇਟਾ ਲਿਖਿਆ ਵਾ ਵੈਲੋਸਿਟੀ ਤੁਸੀਂ ਸਾਰਿਆਂ ਨੇ ਪਤਾ ਵਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵੈਲੋਸਿਟੀ ਹੁੰਦੀ ਕੀ ਆ। ਵੈਲੋਸਿਟੀ ਇਜ਼ ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ। ਵੈਲੋਸਿਟੀ ਨੂੰ ਆਪਾਂ ਡਿਨੋਟ ਕਰਦੇ ਹਾਂ V ਦੇ ਨਾਲ, ਠੀਕ ਆ। ਅਤੇ ਵੈਲੋਸਿਟੀ ਲੱਭਣ ਵਾਸਤੇ ਆਪਾਂ ਕੀ ਕਰਦੇ ਹਾਂ? ਡਿਸਪਲੇਸਮੈਂਟ ਨੂੰ ਡਿਫਰੈਂਸ਼ੀਏਟ ਕਰਦੇ ਹਾਂ ਵਿਦ ਰਿਸਪੈਕਟ ਟੂ ਟਾਈਮ। ਓਕੇ, ਨੈਕਸਟ ਲਿਖਿਆ ਵਾ ਸਪੀਡ ਬੇਟਾ ਕੀ ਹੁੰਦੀ ਆ? ਸਪੀਡ ਵੈਲੋਸਿਟੀ ਦੀ ਮੋਡਲਸ ਵੈਲਿਊ ਹੁੰਦੀ ਆ। ਜਦੋਂ ਮੈਂ ਵੈਲੋਸਿਟੀ ਦਾ ਮੋਡ ਕਰ ਦੂੰਗਾ, ਜੋ ਆਨਸਰ ਆਏਗਾ ਉਹਨੂੰ ਸਪੀਡ ਕਹਿੰਦੇ ਆ। ਐਵਰੇਜ ਸਪੀਡ ਤੁਹਾਨੂੰ ਪਤਾ ਹੀ ਹੈ, ਸਪੀਡ ਕਿੱਦਾਂ ਲੱਭਣੀ ਹੈ? ਡਿਸਟੈਂਸ ਓਵਰ ਟਾਈਮ। ਯੂਨੀਫਾਰਮ ਵੈਲੋਸਿਟੀ ਨੈਕਸਟ। ਹੁਣ ਯੂਨੀਫਾਰਮ ਵੈਲੋਸਿਟੀ ਆਪਾਂ ਕਿਹਨੂੰ ਕਹਿੰਦੇ ਹਾਂ? ਯੂਨੀਫਾਰਮ ਵੈਲੋਸਿਟੀ ਦਾ ਮਤਲਬ ਹੈਗਾ ਵਾ ਕਿ ਜਦੋਂ ਕੋਈ ਬੋਡੀ ਮੂਵ ਕਰਦੀ ਆ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ। ਓਕੇ, ਇੱਕੋ ਜਿਹਾ ਡਿਸਟੈਂਸ ਕਵਰ ਕਰਦੀ ਹੈ ਇਨ ਇਕੁਅਲ ਇੰਟਰਵਲ ਆਫ ਟਾਈਮ, ਅਤੇ ਫਿਰ ਆਪਾਂ ਕਹਿ ਦਿੰਦੇ ਕਿ ਬੋਡੀ ਕਾਹਦੇ ਵਿੱਚ ਹੈਗੀ ਆ? ਯੂਨੀਫਾਰਮ ਵੈਲੋਸਿਟੀ ਦੇ ਵਿੱਚ ਹੈਗੀ ਆ। ਨੈਕਸਟ ਐਸਲਰੇਸ਼ਨ ਕੀ ਹੁੰਦਾ ਬੇਟਾ? ਐਸਲਰੇਸ਼ਨ ਹੁੰਦਾ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ। ਵੈਲੋਸਿਟੀ ਨੂੰ ਐਸਲਰੇਸ਼ਨ ਨੂੰ ਆਪਾਂ A ਦੇ ਨਾਲ ਵੀ ਡਿਨੋਟ ਕਰ ਦਿੰਦੇ ਹਾਂ, ਕਈ ਬੁੱਕਸ ਦੇ ਵਿੱਚ F ਨਾਲ ਡਿਨੋਟ ਕਰ ਦਿੰਦੇ ਆ। ਐਸਲਰੇਸ਼ਨ ਇੱਕ ਵੈਕਟਰ ਕੁਆਂਟਿਟੀ ਆ, ਯਾਦ ਰੱਖਣਾ ਸਾਰਿਆਂ ਨੇ। ਐਸਲਰੇਸ਼ਨ ਫਾਈਂਡ ਕਿੱਦਾਂ ਕਰੀਦੀ ਹੈ? dV/dt। ਠੀਕ ਆ, ਆ ਜਿਹੜੇ ਤਿੰਨੇ ਕੰਸੈਪਟ ਆਪਾਂ ਪੜ੍ਹੇ ਨਾ, ਡਿਸਪਲੇਸਮੈਂਟ, ਵੈਲੋਸਿਟੀ ਅਤੇ ਐਸਲਰੇਸ਼ਨ, ਇਹ ਤਿੰਨੇ ਹੈਗੀਆਂ ਵਾ ਵੈਕਟਰ ਕੁਆਂਟਿਟੀਜ਼, ਯਾਦ ਰੱਖਣਾ ਚੰਗਾ ਸਾਰਿਆਂ ਨੇ। ਅੱਗੇ ਬੇਟਾ ਟਰਮ ਤਕਰੀਬਨ ਕਾਫੀ ਵਾਰ ਆਉਂਦੀ ਹੈ ਰਿਟਾਰਡੇਸ਼ਨ ਦਾ ਮਤਲਬ ਕੀ ਹੁੰਦਾ ਵਾ?
ਰਿਟਾਰਡੇਸ਼ਨ ਦਾ ਮਤਲਬ ਹੁੰਦਾ ਵਾ ਕਿ ਉਹ ਵਾਲਾ ਐਸਲਰੇਸ਼ਨ ਜਿਹੜਾ ਵੈਲੋਸਿਟੀ ਨੂੰ ਘਟਾਉਂਦਾ ਵਾ, ਇਹਦਾ ਮਤਲਬ ਕੀ ਆ ਕਿ ਐਸਲਰੇਸ਼ਨ ਇਨ ਦਾ ਨੈਗੇਟਿਵ ਡਾਇਰੈਕਸ਼ਨ, ਉਹਨੂੰ ਆਪਾਂ ਕਹਿ ਦਿੰਦੇ ਹਾਂ ਰਿਟਾਰਡੇਸ਼ਨ ਫੋਰਸ। ਹੁੰਦਾ ਇਹ ਵੀ ਐਸਲਰੇਸ਼ਨ ਆ, ਪਰ ਇਹ ਨੈਗੇਟਿਵ ਡਾਇਰੈਕਸ਼ਨ 'ਚ ਹੁੰਦਾ ਵਾ। ਨੈਕਸਟ ਬੇਟਾ ਯੂਨੀਫਾਰਮ ਐਸਲਰੇਸ਼ਨ। ਯੂਨੀਫਾਰਮ ਐਸਲਰੇਸ਼ਨ ਆਪਾਂ ਕਿਹਨੂੰ ਕਹਿ ਦਿੰਦੇ ਹਾਂ? ਜਦੋਂ ਹੁੰਦਾ ਕੀ ਹੈ ਕਿ ਕੋਈ ਪਾਰਟੀਕਲ ਜਿਹੜਾ ਸਟ੍ਰੇਟ ਲਾਈਨ 'ਚ ਮੂਵ ਕਰਦਾ ਪਿਆ ਵਾ, ਉਹ ਈਕੁਅਲ ਅਮਾਊਂਟ ਦੇ ਵਿੱਚ ਚੇਂਜ ਕਰਦਾ ਵਾ ਵੈਲੋਸਿਟੀ ਨੂੰ। ਜਦੋਂ ਕਿਸੇ ਬੋਡੀ ਦੀ ਵੈਲੋਸਿਟੀ ਈਕੁਅਲ ਅਮਾਊਂਟ ਦੇ ਨਾਲ ਚੇਂਜ ਹੋਵੇ ਇਨ ਈਕੁਅਲ ਇੰਟਰਵਲ ਆਫ ਟਾਈਮ, ਫਿਰ ਆਪਾਂ ਕਹਿ ਦਿੰਦੇ ਕਿ ਬੋਡੀ ਕਾਹਦੇ ਵਿੱਚ ਹੈਗੀ ਆ? ਯੂਨੀਫਾਰਮ ਐਸਲਰੇਸ਼ਨ 'ਚ ਹੈਗੀ ਆ। ਓਕੇ, ਨੈਕਸਟ ਬੇਟਾ ਸਿੰਪਲ ਜੇ ਕੰਸੈਪਟਸ ਹੈਗੇ, ਤੁਸੀਂ ਆਪੇ ਸਟੱਡੀ ਕਰ ਲਿਓ। ਮੇਨ ਤੁਸੀਂ ਆ ਰਿਜ਼ਲਟ ਯਾਦ ਰੱਖਣਾ ਵਾ, ਐਫ ਦੇ ਨਾਲ ਆਪਾਂ ਡਿਨੋਟ ਕਰਦੇ ਪਏ ਹਾਂ ਐਸਲਰੇਸ਼ਨ ਨੂੰ। ਐਸਲਰੇਸ਼ਨ ਲੱਭਣ ਵਾਸਤੇ ਜਾਂ dv/dt ਲੱਭ ਲਓ, ਜਾਂ ਫਿਰ d²s/dt² ਲੱਭ ਲਓ। ਐਸ ਕੀ ਚੀਜ਼ ਆ? ਐਸ ਹੈਗਾ ਵਾ ਡਿਸਪਲੇਸਮੈਂਟ, ਜਾਂ ਫਿਰ v dv/ds ਲੱਭ ਲਈਏ ਆਪਾਂ। ਇਹ ਸਾਰੇ ਫਾਰਮੂਲੇ ਹੈਗੇ ਐਸਲਰੇਸ਼ਨ ਲੱਭਣ ਦੇ। ਓਕੇ, ਵੈਲੋਸਿਟੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਵੈਲੋਸਿਟੀ ਆਪਾਂ ਕਿੱਦਾਂ ਫਾਈਂਡ ਕਰਾਂਗੇ? ds/dt। ਨੈਕਸਟ, ਕਿਸੇ ਵੀ ਬੋਡੀ ਨੂੰ ਆਪਾਂ ਇੰਸਟੈਂਟੇਨੀਅਸ ਰੈਸਟ 'ਚ ਕਦੋਂ ਕਹਿ ਦਿੰਦੇ ਆ? ਕੋਈ ਵੀ ਬੋਡੀ ਇੰਸਟੈਂਟੇਨੀਅਸ ਰੈਸਟ ਪੋਜੀਸ਼ਨ 'ਚ ਕਦੋਂ ਹੁੰਦੀ ਆ? ਜਦੋਂ ਵੈਲੋਸਿਟੀ ਕੀ ਹੋਵੇ? 0, ਅਤੇ ਐਸਲਰੇਸ਼ਨ ਕੀ ਹੋਵੇ? ਨੋਨ ਜ਼ੀਰੋ। ਅਤੇ ਫਿਰ ਆਪਾਂ ਕਹਿ ਦਾਂਗੇ ਕਿ ਪਾਰਟੀਕਲ ਕਾਹਦੇ ਵਿੱਚ ਹੈਗਾ ਵਾ? ਇੰਸਟੈਂਟੇਨੀਅਸ ਰੈਸਟ ਦੇ ਵਿੱਚ ਹੈਗਾ ਵਾ। ਇਸੇ ਤਰੀਕੇ ਨਾਲ ਆਪਾਂ ਕਿਸੇ ਵੀ ਪਾਰਟੀਕਲ ਨੂੰ ਐਬਸੋਲਿਊਟ ਰੈਸਟ ਪੋਜੀਸ਼ਨ 'ਚ ਕਦੋਂ ਕਹਿ ਸਕਦੇ ਹਾਂ? ਜਦੋਂ ਵੈਲੋਸਿਟੀ 0 ਆ ਅਤੇ ਐਸਲਰੇਸ਼ਨ ਵੀ 0 ਹੈਗਾ ਵਾ, ਅਤੇ ਆਪਾਂ ਕਹਾਂਗੇ ਕਿ ਬੋਡੀ ਕਾਹਦੇ ਵਿੱਚ ਹੈਗੀ ਆ? ਐਬਸੋਲਿਊਟ ਰੈਸਟ ਪੋਜੀਸ਼ਨ 'ਚ ਹੈ। ਓਕੇ, ਨੈਕਸਟ ਬੇਟਾ ਹੈਗੇ ਯੂਨਿਟਸ ਆਫ ਮੈਜਰਮੈਂਟ। ਓਕੇ, ਫਸਟ ਹੈਗਾ ਵਾ FPS ਸਿਸਟਮ। FPS ਨੂੰ ਆਪਾਂ ਕਹਿ ਦਿੰਦੇ ਫੁੱਟ ਪਾਊਂਡ ਸਿਸਟਮ। ਠੀਕ ਆ, ਜਿਹੜੇ ਆਪਾਂ ਯੂਜ਼ ਕਰਦੇ ਹਾਂ ਪੈਰਾਮੀਟਰਸ ਨੂੰ ਡਿਨੋਟ ਕਰਨ ਵਾਸਤੇ। ਨੈਕਸਟ ਹੈਗਾ ਵਾ CGS ਸਿਸਟਮ। ਓਕੇ, ਅਤੇ ਲਾਸਟ ਹੈਗਾ ਵਾ MKS ਸਿਸਟਮ। ਮੋਸਟਲੀ ਆਪਾਂ ਸੈਕਿੰਡ ਅਤੇ ਥਰਡ ਵਾਲਾ ਜ਼ਿਆਦਾ ਯੂਜ਼ ਕਰਦੇ ਹਾਂ। ਠੀਕ ਆ ਕੁਆਂਟੀਟੀਜ਼ ਨੂੰ ਡਿਨੋਟ ਕਰਨ ਵਾਸਤੇ। ਫਸਟ ਐਗਜ਼ਾਮਪਲ ਤੁਹਾਡੇ ਸਾਹਮਣੇ ਹੈਗੀ ਆ, ਸਿੰਪਲ ਜੀ ਆ। ਇਹ ਸਿਲੇਬਸ ਦੇ ਵਿੱਚ ਇੱਦਾਂ ਦੇ ਕੁਐਸਚਨ ਤਾਂ ਨਹੀਂ ਹੈ ਤੁਹਾਡੇ, ਸਿਰਫ ਇੱਕ ਇੰਟਰੋਡਕਸ਼ਨ ਹੈ ਤੁਹਾਨੂੰ ਕਿ ਟੌਪਿਕਸ ਤੁਹਾਨੂੰ ਜਿਹੜੇ ਬਿਲਕੁਲ ਬੇਸਿਕ ਲੈਵਲ ਦੇ ਹੈਗੇ ਉਹ ਸਮਝ ਆ ਜਾਣ। ਹੁਣ ਇਸ ਕੁਐਸਚਨ 'ਚ ਆਪਾਂ ਨੂੰ ਗਿਵਨ ਕੀ ਹੈਗਾ ਵਾ? ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਹਾ ਵਾ ਕਿ ਪਾਰਟੀਕਲ ਕੀ ਕਰਦਾ ਪਿਆ ਵਾ? ਮੂਵ ਕਰਦਾ ਪਿਆ ਵਾ ਅਲੋਂਗ ਦਿਸ ਪਾਥ। ਠੀਕ ਆ ਪਾਥ ਹੈ ਜਿਹਦੇ ਅਲੋਂਗ ਪਾਰਟੀਕਲ ਮੂਵ ਕਰਦਾ ਪਿਆ ਵਾ। ਆਪਾਂ ਫਾਈਂਡ ਕਰਨਾ ਵਾ ਸਪੀਡ, ਵੈਲੋਸਿਟੀ ਅਤੇ ਐਸਲਰੇਸ਼ਨ ਉਸ ਪਾਰਟੀਕਲ ਦੀ ਕਿੰਨੀ ਆ ਵੈਨ t is 1। ਹੁਣ ਸਭ ਤੋਂ ਪਹਿਲਾਂ ਆਪਾਂ ਨੂੰ x ਦੀ ਵੈਲਿਊ ਗਿਵਨ ਆ। x ਕੀ ਆ? x ਉਹ ਵਾਲਾ ਪਾਥ ਆ ਜਿਹਦੇ ਅਲੋਂਗ ਮੇਰਾ ਪਾਰਟੀਕਲ ਮੂਵ ਕਰਦਾ ਪਿਆ ਵਾ। ਮੈਂ ਇਹਨੂੰ ਡਿਫਰੈਂਸ਼ੀਏਟ ਕੀਤਾ ਵਿਦ ਰਿਸਪੈਕਟ ਟੂ t, ਮੇਰੇ ਕੋਲ ਵੈਲੋਸਿਟੀ ਆ ਗਈ। ਠੀਕ ਆ, ਜਦੋਂ ਇਹਨੂੰ ਅਗੇਨ ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ t ਕਰਾਂਗਾ, ਮੇਰੇ ਕੋਲ ਐਸਲਰੇਸ਼ਨ ਆ ਜਾਏਗਾ। ਇਹਨਾਂ 'ਚ t = 1 ਪੁੱਟ ਕਰ ਦਾਂਗਾ ਅਤੇ ਮੇਰੇ ਕੋਲ ਵੈਲੋਸਿਟੀ ਅਤੇ ਐਸਲਰੇਸ਼ਨ ਦੋਨਾਂ ਦੀ ਵੈਲਿਊ ਆ ਜਾਏਗੀ। ਕਲੀਅਰ? ਸਪੀਡ ਲੱਭਣ ਵਾਸਤੇ ਮੈਂ ਪਹਿਲਾਂ ਵੀ ਦੱਸਿਆ ਕੀ ਕਰਨਾ ਵਾ? ਵੈਲੋਸਿਟੀ ਦਾ ਆਪਾਂ ਮੋਡੂਲਸ ਲੱਭਣਾ ਵਾ, ਐਬਸੋਲਿਊਟ ਵੈਲਿਊ ਲੱਭਣੀ ਹੈ। ਓਕੇ, ਕਲੀਅਰ? ਇਸੇ ਦੇ ਵਿੱਚ ਇਸੇ ਕੁਐਸਚਨ 'ਚ ਆਪਾਂ ਨੂੰ ਨੈਕਸਟ ਪਾਰਟ ਕਿਹਾ ਵਾ ਆਲਸੋ ਫਾਈਂਡ ਦਾ ਐਸਲਰੇਸ਼ਨ ਵੈਨ ਦਾ ਪਾਰਟੀਕਲ ਕਮਸ ਟੂ ਰੈਸਟ। ਹੁਣ ਪਾਰਟੀਕਲ ਰੈਸਟ 'ਚ ਕਦੋਂ ਆਉਂਦਾ ਵਾ? ਪਾਰਟੀਕਲ ਰੈਸਟ 'ਚ ਉਦੋਂ ਆਉਂਦਾ ਵਾ ਜਦੋਂ ਵੈਲੋਸਿਟੀ ਕੀ ਹੋ ਜੇ? 0 ਹੋ ਜੇ। ਠੀਕ ਆ ਲਿਖਿਆ। ਆਪਾਂ ਕੀ ਕੀਤਾ? ਜਿਹੜੀ ਵੈਲੋਸਿਟੀ ਦੀ ਵੈਲਿਊ ਲੱਭੀ ਆ, ਠੀਕ ਆ, ਡਿਫਰੈਂਸ਼ੀਏਟ ਕਰਕੇ ਇਕੁਏਸ਼ਨ ਨੰਬਰ 1 ਦੇ ਵਿੱਚ ਉਹਨੂੰ = 0 ਪੁੱਟ ਕਰਤਾ। ਉੱਥੋਂ ਆਪਣੇ ਕੋਲ ਐਸਲਰੇਸ਼ਨ ਦੀ ਵੈਲਿਊ ਆ ਗਈ ਕਿ ਜਦੋਂ ਪਾਰਟੀਕਲ ਰੈਸਟ 'ਚ ਆ ਜਾਏਗਾ ਉਦੋਂ ਐਸਲਰੇਸ਼ਨ ਕਿੰਨਾ ਹੋਏਗਾ। ਓਕੇ, ਸਿੰਪਲ ਜਿਹਾ ਕੁਐਸਚਨ ਸੀ। ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਹਾ ਵਾ ਕਿ ਪਾਰਟੀਕਲ ਮੂਵ ਕਰਦਾ ਪਿਆ ਵਾ ਐਸ ਪਾਥ ਦੇ ਅਲੋਂਗ। ਠੀਕ ਆ, ਡਿਟਰਮਿਨ ਕਰੋ ਕਿ ਪੋਜੀਸ਼ਨ ਆਫ ਦਾ ਪਾਰਟੀਕਲ ਕੀ ਆ ਜਦੋਂ ਵੈਲੋਸਿਟੀ 0 ਆ। ਓਕੇ, ਐਸਲਰੇਸ਼ਨ ਕੀ ਹੈ ਜਦੋਂ t 2 ਦੇ ਬਰਾਬਰ ਆ। ਡਿਸਟੈਂਸ ਟਰੈਵਲਡ ਬਾਏ ਦਾ ਪਾਰਟੀਕਲ ਡਿਊਰਿੰਗ t = 0 to t = 2 ਅਤੇ ਡਿਸਪਲੇਸਮੈਂਟ ਫਰੋਮ t = 0 to t = 2। ਹੁਣ ਆਪਾਂ ਨੂੰ x ਦੀ ਵੈਲਿਊ ਗਿਵਨ ਹੈ, ਡਿਫਰੈਂਸ਼ੀਏਟ ਕਰਕੇ ਆਪਾਂ ਵੈਲੋਸਿਟੀ ਅਤੇ ਐਸਲਰੇਸ਼ਨ ਦੀ ਵੈਲਿਊ ਲੱਭ ਲਈ ਇਨ ਟਰਮਸ ਆਫ t। ਓਕੇ, ਹੁਣ ਜਿੱਦਾਂ ਫਸਟ ਪਾਰਟ ਦੇ ਵਿੱਚ ਆਪਾਂ ਨੂੰ ਕਿਹਾ ਕਿ ਵੈਲੋਸਿਟੀ ਕੀ ਆ? 0 ਆ। ਆਪਾਂ v ਨੂੰ = 0 ਪੁੱਟ ਕਰਤਾ। ਜਦੋਂ ਆਪਾਂ v ਨੂੰ = 0 ਪੁੱਟ ਕੀਤਾ
ਆਪਣੇ ਕੋਲ टी ਦੀ ਦੋ ਵੈਲਿਊਸ ਆ ਗਈਆਂ, ਇੱਕ 2 ਤੇ ਇੱਕ 4। ਜਦੋਂ टी ਦੀ ਵੈਲਿਊ 2 ਪੁੱਟ ਕੀਤੀ ਆਪਾਂ ਕੋ ਪੋਜੀਸ਼ਨ ਆ ਗਈ ਕਿ ਪਾਰਟੀਕਲ ਸਟਾਰਟਿੰਗ ਪੁਆਇੰਟ ਤੋਂ ਕਿੰਨਾ ਕੁ ਮੂਵ ਕਰ ਚੁੱਕਿਆ। ਠੀਕ ਆ, ਆਂਸਰ ਆ ਗਿਆ 20। ਤੇ ਜਦੋਂ टी ਦੀ ਵੈਲਿਊ 4 ਪੁੱਟ ਕੀਤੀ ਆਂਸਰ ਆ ਗਿਆ 16। ਠੀਕ ਆ, ਇਹਦਾ ਮਤਲਬ ਕਿ ਇਸ ਕੁਐਸਚਨ ਦੇ ਵਿੱਚ ਰਿਟਾਰਡੇਸ਼ਨ ਹੋਣ ਡਈ ਆ, ਕਿਉਂਕਿ ਤੁਹਾਨੂੰ ਪਤਾ ਕਿ ਜਿੱਦਾਂ ਟਾਈਮ ਵੱਧਦਾ ਵਾ ਡਿਸਟੈਂਸ ਤੇ ਵਧਣਾ ਚਾਹੀਦਾ ਵਾ। ਪਰ ਇੱਥੇ ਕੀ ਹੈ ਕਿ ਜਦੋਂ टी ਦੀ ਵੈਲਿਊ 2 ਹੀ x ਕਿੰਨਾ ਸੀ 20, ਤੇ ਜਦੋਂ टी ਦੀ ਵੈਲਿਊ 4 ਹੋ ਗਈ x ਕਿੰਨਾ ਹੋ ਗਿਆ 16। ਇਹਦਾ ਮਤਲਬ ਪਾਰਟੀਕਲ ਪਹਿਲਾਂ ਮੂਵ ਤੇ ਅੱਗੇ ਨੂੰ ਕਰਨ ਡਿਆ ਸੀ ਪਰ ਪਿੱਛੇ ਨੂੰ ਮੂਵ ਹੋ ਗਿਆ, ਇਸ ਕਰਕੇ ਡਿਸਟੈਂਸ ਘਟਿਆ ਵਾ। ਓਕੇ, ਮਤਲਬ ਕਿਸੇ ਪੁਆਇੰਟ 'ਤੇ ਜਾ ਕੇ ਉਹ ਪਿੱਛੇ ਨੂੰ ਮੂਵ ਹੋਇਆ ਵਾ। ਕਲੀਅਰ? ਆ ਡਾਇਗਰਾਮ ਦੇ ਵਿੱਚ ਵੀ ਸ਼ੋਅ ਕੀਤਾ ਵਾ ਇਹ ਕਿ ਪਾਰਟੀਕਲ ਸਟਾਰਟ ਕਿੱਥੋਂ ਕੀਤਾ ਸੀ, ਉਹ ਪੁਆਇੰਟ ਤੋਂ ਸਟਾਰਟ ਕੀਤਾ ਸੀ। ਜਦੋਂ ਉਹ ਪੁਆਇੰਟ ਤੋਂ ਸਟਾਰਟ ਕੀਤਾ ਸੀ टी ਵੀ 0 ਸੀ ਅਤੇ x ਵੀ 0 ਸੀ, ਕਿਉਂਕਿ ਡਿਸਟੈਂਸ ਕੋਈ ਕਵਰ ਹੀ ਨਹੀਂ ਹੋਇਆ। ਜਦੋਂ टी ਦੀ ਵੈਲਿਊ 1 ਹੋ ਗਈ x ਦੀ ਵੈਲਿਊ ਆਪਣੇ ਕੋਲ ਆ ਗਈ 16, ਅਤੇ ਜਦੋਂ टी ਦੀ ਵੈਲਿਊ 2 ਹੋ ਗਈ x ਦੀ ਵੈਲਿਊ ਆਪਣੇ ਕੋਲ ਆ ਗਈ 20। ਹੁਣ Q ਪੁਆਇੰਟ ਤੋਂ ਆਉਣ ਤੋਂ ਬਾਅਦ ਪਾਰਟੀਕਲ ਪਿੱਛੇ ਨੂੰ ਮੂਵ ਕਰਨਾ ਸ਼ੁਰੂ ਹੋ ਗਿਆ। ਓਕੇ, ਹੁਣ PQ ਡਿਸਟੈਂਸ ਕਵਰ ਕਰਨ ਵਾਸਤੇ ਜਦੋਂ ਉਹ ਲੈਫਟ ਟੂ ਰਾਈਟ ਜਾਣ ਡਿਆ ਸੀ ਉਦੋਂ 1 ਸੈਕਿੰਡ ਲੱਗਾ ਸੀ, ਪਰ ਜਦੋਂ ਰਾਈਟ ਟੂ ਲੈਫਟ ਆਉਂਦਾ ਪਿਆ ਵਾ ਉਦੋਂ ਉਹਨੂੰ 2 ਸੈਕਿੰਡ ਲੱਗਦੇ ਪਏ। ਇਸੇ ਕਰਕੇ ਪਹਿਲਾਂ t = 2 ਹੀ, ਇੱਥੇ t = 4 ਹੋ ਗਿਆ। ਕਲੀਅਰ? ਜਦੋਂ ਆਪਾਂ टी ਦੀ ਵੈਲਿਊ 2 ਪੁੱਟ ਕੀਤੀ ਮੇਰੇ ਕੋਲ ਐਸਲਰੇਸ਼ਨ ਕਿੰਨਾ ਆ ਗਿਆ, ਐਸਲਰੇਸ਼ਨ ਆ ਗਿਆ -x। ਇਹਦਾ ਮਤਲਬ ਕਿ ਜਿਹੜਾ Q ਪੁਆਇੰਟ ਆ, Q ਪੁਆਇੰਟ ਦੇ ਜਾ ਕੇ ਜਿਹੜਾ ਬੋਡੀ ਆ, ਬੋਡੀ ਤੇ ਪਾਰਟੀਕਲ ਬੋਡੀ ਤੇ ਜਿਹੜਾ ਐਸਲਰੇਸ਼ਨ ਆ ਉਹ ਕਿੰਨਾ ਐਕਟ ਕਰਨ ਡਿਆ ਵਾ -x ਮੈਗਨੀਟਿਊਡ ਦਾ। ਓਕੇ, ਹੁਣ ਐਸਲਰੇਸ਼ਨ ਨੈਗੇਟਿਵ ਹੈ, ਇਹਦਾ ਮਤਲਬ ਪਾਰਟੀਕਲ ਕਿੱਧਰ ਨੂੰ ਮੂਵ ਕਰੇਗਾ, ਲੈਫਟ ਸਾਈਡ ਨੂੰ। ਓਕੇ, ਲੱਗੀ ਸਮਝ ਬੇਟਾ? ਇਹਦੇ ਵਿੱਚ ਆਪਾਂ टी ਦੀ ਡਿਫਰੈਂਟ ਵੈਲਿਊਜ਼ ਪੁੱਟ ਕਰਕੇ x ਦੀ ਵੈਲਿਊਜ਼ ਫਾਈਂਡ ਕਰ ਲਈ ਆ, ਅਤੇ ਉਹਦੀ ਬੇਸ 'ਤੇ ਆਪਾਂ ਡਾਇਗਰਾਮ ਕੰਸਟਰਕਟ ਕਰਤਾ, ਅਤੇ ਫਿਰ ਆਪਾਂ ਡਿਸਪਲੇਸਮੈਂਟ ਫਾਈਂਡ ਕੀਤਾ ਕਿ ਜਦੋਂ टी ਦੀ ਵੈਲਿਊ 0 ਹੀ, ਠੀਕ ਆ, ਅਤੇ ਜਦੋਂ टी ਦੀ ਵੈਲਿਊ 2 ਹੋਈ ਡਿਸਪਲੇਸਮੈਂਟ ਕਿੰਨਾ ਕਵਰ ਹੋਇਆ 20। ਓਕੇ, ਸੋ ਇਸ ਤਰ੍ਹਾਂ ਦੇ ਕੁਐਸਚਨ ਹੈਗੇ ਆ ਇਸ ਐਕਸਰਸਾਈਜ਼ ਦੇ ਵਿੱਚ, ਤੁਸੀਂ ਕੋਸ਼ਿਸ਼ ਕਰੋ ਇਹਨਾਂ ਨੂੰ ਸੋਲਵ ਕਰਨ ਦੀ। ਠੀਕ ਆ, ਬਹੁਤ ਸਿੰਪਲ ਹੈਗੇ ਆ। ਕਲੀਅਰ? ਨੈਕਸਟ ਬੇਟਾ ਆਪਣਾ ਮੇਨ ਚੈਪਟਰ ਹੈਗਾ ਵਾ ਮੋਸ਼ਨ ਆਫ ਅ ਪਾਰਟੀਕਲ ਵਿਦ ਕੌਂਸਟੈਂਟ ਐਸਲਰੇਸ਼ਨ, ਕਿ ਜਦੋਂ ਕੋਈ ਪਾਰਟੀਕਲ ਕੌਂਸਟੈਂਟ ਐਸਲਰੇਸ਼ਨ ਨਾਲ ਮੂਵ ਕਰੇਗੀ ਉਦੋਂ ਕੀ ਰਿਜ਼ਲਟਸ ਹੈਗੇ ਆ ਜਿਹੜੇ ਆਪਾਂ ਨੂੰ ਮਿਲਣਗੇ। ਠੀਕ ਆ, ਇਹਦੇ ਵਿੱਚ ਹੁਣ ਇਸ ਚੈਪਟਰ ਦੇ ਵਿੱਚ ਆਪਾਂ 3 ਬੇਸਿਕ ਫਾਰਮੂਲੇ ਜਿਹੜੇ ਯਾਦ ਰੱਖਣੇ, ਜਿਹੜੇ ਤੁਸੀਂ ਫਿਜ਼ਿਕਸ ਵਾਲਿਆਂ ਨੇ ਤਕਰੀਬਨ ਪੜ੍ਹੇ ਹੀ ਆ। ਫਸਟ ਹੈਗਾ ਵਾ v = u + at। ਠੀਕ ਆ, ਹੁਣ ਐਫ ਹੈਗਾ ਵਾ ਐਸਲਰੇਸ਼ਨ ਨੂੰ ਆਪਾਂ ਐਫ ਨਾਲ ਵੀ ਡਿਨੋਟ ਕਰ ਸਕਦੇ ਹਾਂ, ਏ ਨਾਲ ਵੀ ਡਿਨੋਟ ਕਰ ਸਕਦੇ ਹਾਂ, ਅਤੇ ਹੋ ਸਕਦਾ ਇਸ ਕਰਕੇ ਮੈਂ ਕਈ ਥਾਵਾਂ 'ਤੇ ਐਫ ਦੀ ਜਗ੍ਹਾ 'ਤੇ ਏ ਕਹਿ ਠੀਕ ਆ। ਫਸਟ ਫਾਰਮੂਲਾ ਹੈਗਾ v = u + ft ਜਾਂ at। ਸੈਕਿੰਡ ਹੈਗਾ ਵਾ s = ut + ½ at²। ਥਰਡ ਹੈਗਾ ਵਾ v² = u² + 2as ਜਾਂ 2fs। ਹੁਣ ਇਹਨਾਂ ਫਾਰਮੂਲੇਸ ਨੂੰ ਪ੍ਰੂਵ ਕਰਨ ਵਾਸਤੇ ਸਿੰਪਲ ਜਿਹੇ ਕੰਸੈਪਟ ਲਗਾਏ ਆ, ਤੁਸੀਂ ਆਪੇ ਇਹਨੂੰ ਸਮਝ ਲਿਓ, ਕੋਈ ਔਖੀ ਗੱਲ ਨਹੀਂ ਹੈਗੀ। ਠੀਕ ਆ, ਆ ਸਾਰੇ ਜਿੰਨੇ ਇਹਨਾਂ ਦੇ ਪ੍ਰੂਫ ਦਿੱਤੇ ਤੁਸੀਂ ਇੱਕ ਵਾਰ ਪੜ੍ਹਨੇ ਆ। ਠੀਕ ਹੈ ਨਾ, ਆਪਾਂ ਕੁਐਸਚਨਸ ਵੱਲ ਮੂਵ ਕਰਦੇ ਹਾਂ। ਓਕੇ, ਇਸੇ ਤਰ੍ਹਾਂ ਇੱਕ ਫਾਰਮੂਲਾ ਹੈਗਾ ਵਾ ਕਿ ਡਿਸਟੈਂਸ ਟਰੈਵਲਡ ਬਾਏ ਦਾ ਪਾਰਟੀਕਲ ਇਨ nth ਸੈਕਿੰਡ। ਜੇ ਇਹ ਲੱਭਣਾ ਹੋਵੇ ਫਿਰ ਆਪਾਂ ਕਿਹੜਾ ਰਿਜ਼ਲਟ ਯੂਜ਼ ਕਰਨਾ ਵਾ, ਰਿਜ਼ਲਟ ਯੂਜ਼ ਕਰਨਾ ਵਾ SN = u ਹੈਗਾ ਵਾ ਇਨੀਸ਼ੀਅਲ ਵੈਲੋਸਿਟੀ +½ 2n - 1 × f ਹੈਗਾ ਵਾ ਐਸਲਰੇਸ਼ਨ, n ਹੈਗਾ ਵਾ nth ਸੈਕਿੰਡ, ਜਿਹ 'ਚ ਆਪਾਂ ਫਾਈਂਡ ਕਰਨਾ ਚਾਹੁੰਦੇ ਡਿਸਟੈਂਸ ਕਿੰਨਾ ਕਵਰ ਹੋਇਆ ਵਾ। ਓਕੇ, ਇਸੇ ਤਰ੍ਹਾਂ ਬੇਟਾ ਇੱਕ ਕਰੋਲਰੀ ਹੈਗੀ ਆ। ਠੀਕ ਆ, ਰਿਜ਼ਲਟ। ਠੀਕ ਆ, ਯਾਦ ਰੱਖਿਓ ਕਿ S ਜਿਹੜਾ ਹੈਗਾ ਵਾ ਉਹਨੂੰ ਆਪਾਂ ਇਸ ਤਰ੍ਹਾਂ ਵੀ ਲੱਭ ਸਕਦੇ ਹਾਂ, ਟਾਈਮ × ਮੀਨ ਆਫ ਦਾ ਇਨੀਸ਼ੀਅਲ ਐਂਡ ਦਾ ਫਾਈਨਲ ਵੈਲੋਸਿਟੀਜ਼। ਠੀਕ ਆ, ਯਾਦ ਰੱਖਿਓ ਇਹਨੂੰ। ਪਹਿਲੇ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ। ਪਹਿਲੇ ਕੁਐਸਚਨ 'ਚ ਆਪਾਂ ਨੂੰ ਕਿਹਾ ਕੀ ਇਹਨਾਂ ਨੇ, ਪਹਿਲੇ ਕੁਐਸਚਨ 'ਚ ਆਪਾਂ ਨੂੰ ਕਹਿੰਦੇ ਆ ਕਿ ਕੋਈ ਪਾਰਟੀਕਲ ਹੈਗਾ ਵਾ ਜਿਹੜਾ ਕੀ ਆ ਮੂਵ ਕਰਨ ਡਿਆ ਵਾ। ਆਪਾਂ ਡਰੋ ਕਰ ਲੈਣਾ ਡਾਇਗਰਾਮ। ਸਪੋਜ਼ ਕਰੋ ਕਿ ਪਾਰਟੀਕਲ ਨੇ ਮੂਵ ਕਰਨਾ ਸਟਾਰਟ ਕੀਤਾ A ਪੁਆਇੰਟ ਤੋਂ। ਹੁਣ A ਪੁਆਇੰਟ ਤੋਂ ਜਦੋਂ ਮੂਵ ਕਰਨ ਡਿਆ ਵਾ ਕਿਹੜੀ ਵੈਲੋਸਿਟੀ ਨਾਲ ਮੂਵ ਕਰਨ ਡਿਆ ਵਾ 30 ਮੀਟਰ/ਸੈਕਿੰਡ। ਇਹਦਾ ਮਤਲਬ ਇਹ ਕੀ ਚੀਜ਼ ਆ, ਇਹ ਹੈਗਾ ਵਾ u ਇਨੀਸ਼ੀਅਲ ਵੈਲੋਸਿਟੀ, ਕਿਉਂਕਿ ਸਟਾਰਟ ਇਸ ਵੈਲੋਸਿਟੀ ਨਾਲ ਕੀਤਾ ਨਾ। ਠੀਕ, ਅਤੇ ਮੂਵ ਕਾਹਦੇ ਨਾਲ ਕਰਦਾ ਪਿਆ ਵਾ, ਕੌਂਸਟੈਂਟ ਐਸਲਰੇਸ਼ਨ।
ਅੱਗੇ ਕਿਹਾ ਵਾ ਇਫ ਦ ਵੈਲੋਸਿਟੀ ਐਟ ਦ ਐਂਡ ਆਫ 6 ਸੈਕਿੰਡ, ਸਪੋਜ਼ ਕਰੋ ਕਿ ਪਾਰਟੀਕਲ A ਤੋਂ ਸ਼ੁਰੂ ਹੋਇਆ B ਤੱਕ ਪਹੁੰਚ ਗਿਆ ਤੇ A ਤੋਂ B ਤੱਕ ਪਹੁੰਚਣ ਵਾਸਤੇ ਉਹਨੂੰ ਕਿੰਨਾ ਟਾਈਮ ਲੱਗਾ 6 ਸੈਕਿੰਡ। ਓਕੇ, ਹੁਣ ਆਪਾਂ ਨੂੰ ਕਹਿੰਦੇ ਕਿ ਜਦੋਂ ਉਹ B ਪੁਆਇੰਟ 'ਤੇ ਪਹੁੰਚ ਗਿਆ ਉਦੋਂ ਦੀ ਵੈਲੋਸਿਟੀ ਕਿੰਨੀ ਆ, ਉਦੋਂ ਦੀ ਵੈਲੋਸਿਟੀ ਹੈਗੀ ਆ 18 ਮੀਟਰ ਪਰ ਸੈਕਿੰਡ। ਇਹਦਾ ਮਤਲਬ ਵੈਲੋਸਿਟੀ ਘਟਣ ਡਈ ਆ ਉਹਦੀ। ਓਕੇ, ਹੁਣ ਫਾਈਂਡ ਕੀ ਕਰਨਾ ਵਾ, ਇੱਕ ਤਾਂ ਫਾਈਂਡ ਕਰਨਾ ਆਪਾਂ ਕਿ ਬੋਡੀ ਕਿਸ ਐਸਲਰੇਸ਼ਨ ਨਾਲ ਮੂਵ ਕਰਨ ਡਈ ਆ। ਸੈਕਿੰਡ ਆਪਾਂ ਫਾਈਂਡ ਕਰਨਾ ਵਾ ਕਿ ਕਿੰਨਾ ਡਿਸਟੈਂਸ ਉਹ ਕਵਰ ਕਰੂਗਾ ਰੈਸਟ ਪੋਜੀਸ਼ਨ 'ਤੇ ਆਉਣ ਤੋਂ ਪਹਿਲਾਂ, ਕਿਉਂਕਿ ਜਿੱਦਾਂ ਤੁਸੀਂ ਵੇਖਣ ਡਏ ਜੇ ਵੈਲੋਸਿਟੀ ਘਟਦੀ ਪਈ ਆ, ਇਹਦਾ ਮਤਲਬ ਕਿਸੇ ਨਾ ਕਿਸੇ ਪੁਆਇੰਟ 'ਤੇ ਜਾ ਕੇ ਉਹਨੇ ਸਟਾਪ ਕਰਨਾ ਵਾ। ਆਪਾਂ ਉਹ ਪੁਆਇੰਟ ਲੱਭਣਾ ਕਿ ਉਹਦਾ ਡਿਸਟੈਂਸ ਕਿੰਨਾ ਵਾ ਸਟਾਰਟਿੰਗ ਪੁਆਇੰਟ ਤੋਂ। ਥਰਡ ਆਪਾਂ ਫਾਈਂਡ ਕਰਨਾ ਵਾ ਇਹਦੇ ਵਿੱਚ, ਥਰਡ ਆਪਾਂ ਫਾਈਂਡ ਕਰਨਾ ਕਿ ਜਦੋਂ x ਦੀ ਵੈਲਿਊ 200 ਆ, ਕਿ ਜਦੋਂ ਪਾਰਟੀਕਲ 200 ਮੀਟਰ ਦੂਰ ਚਲ ਗਿਆ ਉਦੋਂ ਵੈਲੋਸਿਟੀ ਕੀ ਹੋਏਗੀ ਅਤੇ ਕਿੰਨਾ ਟਾਈਮ ਲੱਗੇਗਾ ਇੰਨਾ ਡਿਸਟੈਂਸ ਕਵਰ ਕਰਨ ਨੂੰ। ਅਤੇ ਲਾਸਟ ਆਪਾਂ ਫਾਈਂਡ ਕਰਨਾ ਵਾ ਡਿਸਟੈਂਸ ਕਵਰਡ ਇਨ 18 ਸੈਕਿੰਡਸ। ਠੀਕ ਆ, ਸਟਾਰਟ ਕਰਦੇ ਕੁਐਸਚਨ ਨੂੰ ਆਪਾਂ। ਸਭ ਤੋਂ ਪਹਿਲਾਂ ਆਪਾਂ ਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ u ਗਿਵਨ ਹੈਗਾ ਵਾ, ਆਪਾਂ ਨੂੰ v ਗਿਵਨ ਹੈਗਾ ਵਾ। ਕਲੀਅਰ, u ਕੀ ਆ, u ਹੈਗਾ ਵਾ A ਪੁਆਇੰਟ ਦੇ ਉੱਤੇ ਕੀ ਵੈਲੋਸਿਟੀ ਆ, ਇਨੀਸ਼ੀਅਲ ਵੈਲੋਸਿਟੀ। B ਕੀ ਆ 6 ਸੈਕਿੰਡ ਬਾਅਦ ਉਹ ਜਿਹੜੇ ਪੁਆਇੰਟ 'ਤੇ ਪਹੁੰਚਦਾ ਵਾ ਉੱਥੇ ਵੈਲੋਸਿਟੀ ਕਿੰਨੀ ਆ B ਪੁਆਇੰਟ 'ਤੇ। ਓਕੇ, ਹੁਣ ਸਭ ਤੋਂ ਫਸਟ ਫਾਰਮੂਲਾ ਆਪਾਂ ਯੂਜ਼ ਕੀਤਾ v ਇਜ਼ ਇਕੁਅਲਸ ਟੂ u ਪਲੱਸ ft। ਵੈਲਿਊਜ਼ ਪੁੱਟ ਕੀਤੀ, ਇੱਥੋਂ ਆਪਣੇ ਕੋਲ f ਦੀ ਵੈਲਿਊ ਆ ਗਈ -2। ਇਹਦਾ ਮਤਲਬ ਕਿ ਬੋਡੀ ਦੇ ਉੱਤੇ ਇੱਕ ਰਿਟਾਰਡੇਸ਼ਨ ਫੋਰਸ ਐਕਟ ਕਰਨ ਡਈ ਆ ਅਤੇ ਉਸ ਰਿਟਾਰਡੇਸ਼ਨ ਫੋਰਸ ਦੀ ਮੈਗਨੀਟਿਊਡ ਕਿੰਨੀ ਹੈ 2। ਠੀਕ ਆ, ਮੈਗਨੀਟਿਊਡ ਨੂੰ ਹਮੇਸ਼ਾ ਆਪਾਂ ਪੋਜ਼ੀਟਿਵ ਡਾਇਰੈਕਸ਼ਨ ਨਾਲ ਲਿਖੀਦਾ, ਇਸ ਕਰਕੇ ਮੈਂ 2 ਬੋਲਿਆ। ਠੀਕ ਆ, ਪਰ ਬੋਡੀ ਨੂੰ ਜੇ ਕੋਈ ਪੁੱਛੇ ਕਿ ਮੂਵ ਕਿਸ ਐਸਲਰੇਸ਼ਨ ਨਾਲ ਕਰਨ ਡਈ ਆ, ਅਤੇ ਬੋਡੀ ਮੂਵ ਕਰਨ ਡਈ ਆ -2 ਮੀਟਰ ਪਰ ਸੈਕਿੰਡ ਸਕੁਏਅਰ ਐਸਲਰੇਸ਼ਨ ਟੂਵਰਡਸ ਦਾ ਰਾਈਟ। ਓਕੇ, ਹੁਣ ਸੈਕਿੰਡ ਪਾਰਟ ਦੇ ਵਿੱਚ ਆਪਾਂ ਕੀ ਕੀਤਾ, ਵੈਲੋਸਿਟੀ ਨੂੰ ਇਕੁਅਲ ਟੂ 0 ਮੰਨ ਲਿਆ। ਠੀਕ ਹੈ, ਇਹਦਾ ਮਤਲਬ ਆਪਾਂ ਕੀ ਲੱਭਣਾ ਚਾਹ ਰਹੇ ਹਾਂ ਸੈਕਿੰਡ ਪਾਰਟ ਦੇ ਵਿੱਚ। ਸੈਕਿੰਡ ਪਾਰਟ ਦੇ ਵਿੱਚ ਆਪਾਂ ਲੱਭਣਾ ਚਾਹੁਣ ਡਏ ਹਾਂ ਕਿ ਕਿੰਨੇ ਡਿਸਟੈਂਸ ਕਵਰ ਕਰਨ ਤੋਂ ਬਾਅਦ ਪਾਰਟੀਕਲ ਰੈਸਟ ਪੋਜੀਸ਼ਨ 'ਤੇ ਆ ਜਾਂਦਾ ਜਾਂ ਮੂਵ ਕਰਨਾ ਸਟਾਪ ਕਰ ਦਿੰਦਾ ਵਾ। ਉਸ ਕੇਸ ਦੇ ਵਿੱਚ ਜੇ ਪਾਰਟੀਕਲ ਸਟਾਪ ਕਰ ਗਿਆ ਵਾ, ਇਹਦਾ ਮਤਲਬ ਉਹਦੀ ਫਾਈਨਲ ਵੈਲੋਸਿਟੀ ਕਿੰਨੀ ਹੋਏਗੀ 0। ਆਪਾਂ u ਨੂੰ 30 ਮੰਨ ਲਿਆ, ਜਿੱਦਾਂ ਆਪਾਂ ਨੂੰ ਪਹਿਲਾਂ ਗਿਵਨ ਹੈਗਾ ਸੀ f ਆਪਾਂ ਲੱਭ ਲਿਆ ਵਾ ਕਿ f -2 ਆ, ਅਤੇ ਫਾਈਨਲ ਵੈਲੋਸਿਟੀ ਨੂੰ ਆਪਾਂ ਮੰਨ ਲਿਆ ਕਿ ਫਾਈਨਲ ਵੈਲੋਸਿਟੀ 0 ਹੈਗੀ ਆ। ਆਪਾਂ ਫਾਰਮੂਲਾ ਯੂਜ਼ ਕੀਤਾ v² ਇਜ਼ ਇਕੁਅਲਸ ਟੂ u² ਪਲੱਸ 2as। ਓਕੇ, ਹੁਣ ਇਸ ਫਾਰਮੂਲੇ ਦੇ ਵਿੱਚ ਜਦੋਂ ਆਪਾਂ ਵੈਲਿਊਜ਼ ਫਿਲ ਕੀਤੀ, ਆਪਣੇ ਕੋਲ s ਦੀ ਵੈਲਿਊ ਆ ਗਈ 225 ਮੀਟਰ। ਇਹਦਾ ਮਤਲਬ ਕਿ 225 ਮੀਟਰ ਡਿਸਟੈਂਸ ਕਵਰ ਕਰਨ ਤੋਂ ਬਾਅਦ ਪਾਰਟੀਕਲ ਕੀ ਕਰੇਗਾ, ਸਟਾਪ ਕਰ ਜਾਏਗਾ। ਓਕੇ, ਇਸੇ ਤਰ੍ਹਾਂ ਥਰਡ ਪਾਰਟ 'ਚ ਆਪਾਂ ਲੱਭਣਾ ਸੀ ਕਿ ਜਦੋਂ ਡਿਸਟੈਂਸ 200 ਮੀਟਰ ਹੈਗਾ ਵਾ ਉਦੋਂ ਵੈਲੋਸਿਟੀ ਕਿੰਨੀ ਆ ਅਤੇ ਕਿੰਨਾ ਟਾਈਮ ਲੱਗੇਗਾ। ਓਕੇ, ਹੁਣ ਆਪਾਂ ਫਾਰਮੂਲਾ ਯੂਜ਼ ਕੀਤਾ s ਇਜ਼ ਇਕੁਅਲਸ ਟੂ ut ਪਲੱਸ ਹਾਫ at²। ਇੱਥੋਂ ਆਪਾਂ t ਦੀ ਵੈਲਿਊ ਲੱਭ ਲਈ, ਇੱਕ t ਦੀ ਵੈਲਿਊ ਆ ਗਈ 10, ਇੱਕ t ਦੀ ਵੈਲਿਊ ਆ ਗਈ 20। ਇਹਦਾ ਮਤਲਬ ਕਿ ਪਾਰਟੀਕਲ ਜਿਹੜਾ ਹੈਗਾ ਵਾ ਉਹ 200 ਮੀਟਰ ਕਵਰ ਕਦੋਂ ਕਰੂਗਾ, ਜਦੋਂ 10 ਸੈਕਿੰਡ ਹੋ ਜਾਣ ਅਤੇ ਜਾਂ 20 ਸੈਕਿੰਡ ਹੋ ਜਾਣ। ਹੁਣ ਤੁਸੀਂ ਸੋਚੋਗੇ ਕਿ 20 ਸੈਕਿੰਡ ਬਾਅਦ ਤਾਂ ਡਿਸਟੈਂਸ ਵਧਣਾ ਚਾਹੀਦਾ ਸੀ, ਪਰ ਡਿਸਟੈਂਸ ਓਨਾ ਹੀ ਰਹਿਣ ਡਿਆ ਵਾ, 200 ਮੀਟਰ ਹੀ ਰਹਿਣ ਡਿਆ ਵਾ। ਇਹਦਾ ਰੀਜ਼ਨ ਇਹ ਹੈਗਾ ਕਿ ਬੇਟਾ ਕਿਉਂਕਿ ਪਾਰਟੀਕਲ 'ਤੇ ਰਿਟਾਰਡੇਸ਼ਨ ਫੋਰਸ ਐਕਟ ਕਰਨ ਡਈ ਆ। ਠੀਕ ਆ, ਪਾਰਟੀਕਲ ਅੱਗੇ ਮੂਵ ਕਰ ਜਾਂਦਾ ਵਾ। ਠੀਕ ਆ, ਸਪੋਜ਼ ਕਰੋ ਕਿ A ਪੁਆਇੰਟ ਤੋਂ C ਪੁਆਇੰਟ ਤੱਕ ਜਿਹੜਾ ਡਿਸਟੈਂਸ ਕਵਰ ਕੀਤਾ ਉਹ ਡਿਸਟੈਂਸ ਹੈਗਾ ਵਾ 200 ਮੀਟਰ। ਜਦੋਂ t ਦੀ ਵੈਲਿਊ ਹੈਗੀ ਆ 10, ਜਦੋਂ t ਦੀ ਵੈਲਿਊ ਹੈਗੀ ਆ 10, ਪਾਰਟੀਕਲ ਕਿੱਥੇ ਹੈਗਾ ਵਾ, C ਪੁਆਇੰਟ 'ਤੇ ਹੈਗਾ ਵਾ। ਓਕੇ, ਹੁਣ D ਪੁਆਇੰਟ ਕੀ ਹੈ, D ਪੁਆਇੰਟ ਇੱਕ ਇੱਦਾਂ ਦਾ ਪੁਆਇੰਟ ਹੈ ਜਿੱਥੇ ਜਾ ਕੇ ਪਾਰਟੀਕਲ ਕੀ ਕਰਦਾ ਵਾ, ਸਟਾਪ ਕਰ ਜਾਂਦਾ ਵਾ। ਪਰ ਸਿੰਸ ਬੋਡੀ 'ਤੇ ਰਿਟਾਰਡੇਸ਼ਨ ਫੋਰਸ ਐਕਟ ਕਰਨ ਡਈ ਉਹ ਫਿਰ ਪਿੱਛੇ ਨੂੰ ਆ ਜਾਏਗਾ। ਠੀਕ ਆ, ਫਿਰ ਪਿੱਛੇ ਨੂੰ ਕਿਹੜੇ ਪੁਆਇੰਟ ਤੱਕ ਪਹੁੰਚ ਜਾਏਗਾ, C ਪੁਆਇੰਟ ਤੱਕ ਪਹੁੰਚ ਜਾਏਗਾ। ਹੁਣ ਜੇ ਤਾਂ ਆਪਾਂ ਡਿਸਪਲੇਸਮੈਂਟ ਦੀ ਗੱਲ ਕਰੀਏ ਤਾਂ ਭਾਵੇਂ 10 ਸੈਕਿੰਡ ਦੀ ਗੱਲ ਕਰ ਲਈਏ ਅਤੇ ਭਾਵੇਂ ਆਪਾਂ ਗੱਲ ਕਰ ਲਈਏ 20 ਸੈਕਿੰਡ ਦੀ, ਪਾਰਟੀਕਲ ਹੈਗਾ ਤਾਂ C ਪੁਆਇੰਟ 'ਤੇ ਹੀ ਆ। 10 ਸੈਕਿੰਡ ਬਾਅਦ ਵੀ C ਪੁਆਇੰਟ 'ਤੇ ਹੀ, 20 ਸੈਕਿੰਡ ਬਾਅਦ ਵੀ C ਪੁਆਇੰਟ 'ਤੇ ਹੀ ਹੈਗਾ ਵਾ। ਠੀਕ ਆ, ਇਸ ਕਰਕੇ ਡਿਸਪਲੇਸਮੈਂਟ ਕਿੰਨਾ ਹੋ ਗਿਆ, 200 ਹੋ ਗਿਆ। ਠੀਕ ਆ, ਹੁਣ ਇਹਦਾ ਰੀਜ਼ਨ ਕੀ ਹੈਗਾ ਡਬਲ ਆਂਸਰ ਦਾ, ਡਬਲ ਆਂਸਰ ਦਾ ਰੀਜ਼ਨ ਇਹ ਹੈਗਾ ਕਿ ਸਿੰਸ ਬੋਡੀ ਦੇ ਰਿਟਾਰਡੇਸ਼ਨ ਫੋਰਸ ਐਕਟ ਕਰਨ ਦੇ ਹੀ। ਠੀਕ ਆ, ਬੋਡੀ ਪਹਿਲਾਂ C ਪੁਆਇੰਟ ਤੋਂ D ਪੁਆਇੰਟ ਵੱਲ ਮੂਵ ਕਰ ਗਈ, ਪਰ ਸਿੰਸ ਰਿਟਾਰਡੇਸ਼ਨ ਹੈਗੀ ਹੈ ਇਸ ਕਰਕੇ ਦੁਬਾਰਾ ਉਹ C ਪੁਆਇੰਟ 'ਤੇ ਪਹੁੰਚ ਗਈ। ਚੰਗਾ, ਠੀਕ ਆ, ਇਸ ਕਰਕੇ ਜਿਹੜੇ ਦੋ ਆਂਸਰ ਆਪਣੇ ਕੋਲ ਆਏ ਨਾ t = 10 ਅਤੇ t = 20, ਇਹਦਾ ਰੀਜ਼ਨ ਇਹ ਹੈਗਾ ਵਾ ਕਿ ਬੋਡੀ ਦੁਬਾਰਾ ਪਿੱਛੇ ਨੂੰ ਮੂਵ ਹੋ ਗਈ ਆ। ਓਕੇ।
ठीक है। आ इन्हों सिंपलीफाई करके दिखाया, तुसीं पढ़ लो इन्हों। क्लीयर। हुण सैकंड एग्जाम्पल दे विच आपां नूं किहा इन्हां ने, हुण इस क्वेश्चन दे विच बेटा आपां नूं किहा कि कोई कार हैगी जिहड़ी की करदी पई आ, मूव करदी पई आ। ए ते बी दो पॉइंट्स है जिथे कि लैंप पोस्ट है, ठीक है। लैंप पोस्ट आपां नूं पता ही है, जिहड़ी सड़कों के उत्ते लाइटां लगियां होंदियां उन्होंने लैंप पोस्ट कह दिंदे आ, ठीक है। हुण जदों पहले पॉइंट नूं कार ने क्रॉस किया, सपोज करो कार इधर नूं मूव करन डई आ पहले पॉइंट ਜਦੋਂ ਆਪਾਂ ए ਕਹਿਣ ਡਏ ਹਾਂ, ਜਦੋਂ ਪਹਿਲੇ ਪੁਆਇੰਟ ਨੂੰ ਕਾਰ ਨੇ ਮੂਵ ਕੀਤਾ ਉਦੋਂ ਦੀ ਵੈਲੋਸਿਟੀ ਹੈਗੀ ਹੈ 72 ਕਿਲੋਮੀਟਰ ਪਰ ਆਵਰ। ਅਤੇ ਜਦੋਂ ਉਹ ਬੀ ਪੁਆਇੰਟ 'ਤੇ ਪਹੁੰਚਦੀ ਆ, ਉੱਥੇ ਇੱਕ ਹੋਰ ਲੈਂਪ ਪੋਸਟ ਹੈਗਾ ਵਾ, ਉੱਥੇ ਉਹਦੀ ਵੈਲੋਸਿਟੀ ਹੈਗੀ ਹੈ 36 ਕਿਲੋਮੀਟਰ ਪਰ ਆਵਰ। ਇਹਦਾ ਮਤਲਬ ਕਿ ਵੈਲੋਸਿਟੀ ਘਟਣ ਡਈ ਆ। ਵੈਲੋਸਿਟੀ ਘਟਣ ਦਾ ਮਤਲਬ ਕੀ ਹੈ ਕਿ ਇਸ ਕੇਸ ਦੇ ਵਿੱਚ ਐਸਲਰੇਸ਼ਨ ਕੀ ਹੈ, ਨੈਗੇਟਿਵ ਹੈ, ਜਿੱਦਾਂ ਪਹਿਲਾਂ ਹੀ। ਹੁਣ ਆਪਾਂ ਨੂੰ ਇਸ ਕੁਐਸਚਨ 'ਚ ਕਿਹਾ ਵਾ ਕਿ ਆਪਾਂ ਫਾਈਂਡ ਕਰਨਾ ਵਾ, ਠੀਕ ਆ, ਕਿ ਇਹ ਕਾਰ ਰੁਕਣ ਤੋਂ ਪਹਿਲਾਂ ਕਿੰਨਾ ਕੁ ਡਿਸਟੈਂਸ ਕਵਰ ਕਰ ਲੇਗੀ, ਠੀਕ ਆ, ਪਹਿਲੇ ਲੈਂਪ ਪੋਸਟ ਤੋਂ ਲੈ ਕੇ, ਠੀਕ ਆ। ਵੇਖੋ ਇੱਥੇ ਲਿਖਿਆ ਵਾ, ਇਹਦੇ ਵਿੱਚ ਇੱਕ ਤਾਂ ਬੇਟਾ ਆਪਾਂ ਲੱਭਣਾ ਕਿ ਕਾਰ ਕਿੰਨਾ ਕੁ ਡਿਸਟੈਂਸ ਕਵਰ ਕਰ ਜਾਏਗੀ ਰੈਸਟ ਪੋਜੀਸ਼ਨ 'ਤੇ ਆਉਣ ਤੋਂ ਪਹਿਲਾਂ, ਅਤੇ ਦੂਸਰਾ ਆਪਾਂ ਫਾਈਂਡ ਕਰਨਾ ਵਾ ਕਿ ਕਿੰਨਾ ਕੁ ਟਾਈਮ ਰੁਕਣ ਤੋਂ ਪਹਿਲਾਂ ਕਾਰ ਲਗਾਉਂਦੀ ਹੈ, ਠੀਕ ਆ। ਟੀ ਦੀ ਵੈਲਿਊ ਲੱਭਣੀ ਹੈ ਅਤੇ ਐਸ ਦੀ ਵੈਲਿਊ ਲੱਭਣੀ ਆ। ਸਭ ਤੋਂ ਪਹਿਲਾਂ ਆਹ ਵਾਲਾ ਫਾਰਮੂਲਾ ਲਾ ਕੇ ਆਪਾਂ ਫਾਈਂਡ ਕਰ ਲਿਆ ਕਿ ਐਫ ਦੀ ਵੈਲਿਊ ਕਿੰਨੀ ਆ, ਠੀਕ ਆ, ਕਿ ਕਿੰਨਾ ਐਸਲਰੇਸ਼ਨ ਕਾਰ ਦੇ ਉੱਤੇ ਐਕਟ ਕਰਨ ਡਿਆ ਵਾ, ਠੀਕ ਆ। ਨੈਕਸਟ ਆਪਾਂ ਆਹ ਵਾਲਾ ਰਿਜ਼ਲਟ ਯੂਜ਼ ਕਰਕੇ ਫਾਈਂਡ ਕਰ ਲਿਆ, ਠੀਕ ਆ। ਸਭ ਤੋਂ ਪਹਿਲਾਂ ਆਪਾਂ ਫਾਈਂਡ ਕੀਤਾ ਐਸ ਕਿੰਨਾ ਵਾ, ਕਿ ਕਾਰ ਰੈਸਟ ਪੋਜੀਸ਼ਨ 'ਤੇ ਆਉਣ ਤੋਂ ਪਹਿਲਾਂ, ਰੈਸਟ ਪੋਜੀਸ਼ਨ 'ਤੇ ਕਦੋਂ ਆਊਗੀ, ਜਦੋਂ ਫਾਈਨਲ ਵੈਲੋਸਿਟੀ ਕਿੰਨੀ ਹੋਊਗੀ, 0। ਇਸ ਕਰਕੇ ਇੱਥੇ ਫਾਰਮੂਲਾ ਲੱਗਾ v² = u² + 2as। ਇੱਥੇ ਆਪਾਂ v ਦੀ ਵੈਲਿਊ 0 ਮੰਨੀ ਆ। ਯੂ ਕਿਹੜੀ ਵੈਲੋਸਿਟੀ ਮੰਨੀ ਆ, ਜਦੋਂ ਉਹ ਸਟਾਰਟਿੰਗ ਪੁਆਇੰਟ ਏ ਪੁਆਇੰਟ 'ਤੇ ਹੈਗੀ ਆ, ਓਕੇ। ਐਸ ਦੀ ਵੈਲਿਊ ਆਪਾਂ ਲੱਭ ਲਈ 100, ਇਹਦਾ ਮਤਲਬ ਕਾਰ ਰੁਕਣ ਤੋਂ ਪਹਿਲਾਂ 100 ਮੀਟਰ ਕਵਰ ਕਰ ਲੇਗੀ। ਅਤੇ ਟੀ ਆਪਾਂ ਫਾਈਂਡ ਕੀਤਾ, ਫਾਰਮੂਲਾ ਲਗਾ ਕੇ v = u + ft। ਟੀ ਆਪਾਂ ਲੱਭਿਆ 10 ਸੈਕਿੰਡ, ਇਹਦਾ ਮਤਲਬ ਕਾਰ ਰੁਕਣ ਤੋਂ ਪਹਿਲਾਂ 10 ਸੈਕਿੰਡ ਟਾਈਮ ਲਗਾਏਗੀ, ਠੀਕ ਆ। ਕਲੀਅਰ। ਅੱਗੇ ਬੇਟਾ ਥਰਡ ਕੁਐਸਚਨ ਹੈ ਆਪਣੇ ਕੋਲ। ਥਰਡ ਕੁਐਸਚਨ ਦੇ ਵਿੱਚ ਆਪਾਂ ਪੜ੍ਹਨਾ ਵਾ, ਹਾਂਜੀ ਬੇਟਾ, ਇਸ ਕੁਐਸਚਨ 'ਚ ਆਪਾਂ ਨੂੰ ਕਿਹਾ ਕਿ ਪਾਰਟੀਕਲ ਕੋਈ ਜਿਹੜਾ O ਪੁਆਇੰਟ ਤੋਂ ਮੂਵ ਕਰਨਾ ਸਟਾਰਟ ਕਰਦਾ ਵਾ, ਧਿਆਨ ਦਿਓ, O ਪੁਆਇੰਟ ਤੋਂ ਮੂਵ ਕਰਨਾ ਸਟਾਰਟ ਕਰਦਾ ਵਾ। ਹੁਣ O ਪੁਆਇੰਟ ਦੇ ਉੱਤੇ ਉਹ ਸਟਾਰਟ ਕਰਦਾ ਵਾ ਰੈਸਟ ਪੋਜੀਸ਼ਨ ਤੋਂ। ਇਹਦਾ ਮਤਲਬ ਕਿ ਜਿਹੜਾ ਇਨੀਸ਼ੀਅਲ ਵੈਲੋਸਿਟੀ ਹੈ ਉਹ ਕਿੰਨੀ ਆ, 0। ਮੂਵ ਕਰਦਾ ਪਿਆ ਵਾ ਕਿਸ ਵੈਲੋਸਿਟੀ ਨਾਲ, ਸੌਰੀ ਕਿਸ ਐਸਲਰੇਸ਼ਨ ਨਾਲ, 5 ਮੀਟਰ ਪਰ ਸੈਕਿੰਡ ਸਕੁਏਅਰ। ਹੁਣ ਜਦੋਂ ਉਹ ਪਾਰਟੀਕਲ A ਪੁਆਇੰਟ ਤੱਕ ਪਹੁੰਚਦਾ ਵਾ, ਉਹਦੀ ਵੈਲੋਸਿਟੀ ਹੋ ਜਾਂਦੀ ਹੈ 10 ਮੀਟਰ ਪਰ ਸੈਕਿੰਡ। ਇਹਦਾ ਮਤਲਬ ਕਿ O ਤੋਂ ਜਦੋਂ A ਤੱਕ ਉਹ ਮੂਵ ਕਰਦਾ ਵਾ, ਉਹਦੀ ਵੈਲੋਸਿਟੀ ਵੱਧਦੀ ਪਈ ਆ। ਕਲੀਅਰ। ਕਿਉਂ ਵੱਧਦੀ ਪਈ, ਕਿਉਂਕਿ ਐਸਲਰੇਸ਼ਨ ਕੀ ਆ, ਪੋਜ਼ਿਟਿਵ। ਹੁਣ ਆਪਾਂ ਇੱਕ ਤਾਂ ਫਾਈਂਡ ਕਰਨਾ ਕਿ ਉਹ ਕਿੰਨਾ ਟਾਈਮ ਲਗਾਏਗਾ O ਤੋਂ ਲੈ ਕੇ A ਤੱਕ ਪਹੁੰਚਣ 'ਤੇ, ਅਤੇ ਦੂਜਾ ਆਪਾਂ ਫਾਈਂਡ ਕਰਨਾ ਕਿ O ਤੋਂ ਲੈ ਕੇ A ਤੱਕ ਪਹੁੰਚਣ ਲੱਗਿਆ ਉਹ ਕਿੰਨਾ ਡਿਸਟੈਂਸ ਕਵਰ ਕਰਦਾ ਵਾ। ਉਹਦੇ ਵਾਸਤੇ ਆਪਾਂ ਫਾਰਮੂਲੇ ਲਗਾਤੇ, v = u + at ਅਤੇ s = ut + ½ at²। ਇੱਥੋਂ ਆਪਾਂ ਟੀ ਦੀ ਵੈਲਿਊ ਲੱਭ ਲਈ, ਟੀ ਦੀ ਵੈਲਿਊ ਆ ਗਈ 2। ਇਹਦਾ ਮਤਲਬ ਕਿ O ਤੋਂ ਲੈ ਕੇ A ਤੱਕ ਪਹੁੰਚਣ ਨੂੰ ਉਹਨੂੰ 2 ਸੈਕਿੰਡ ਲੱਗੇ ਆ। ਅਤੇ S ਦੀ ਵੈਲਿਊ ਆ ਗਈ 10 ਹੈ। ਇਹਦਾ ਮਤਲਬ ਕਿ OA ਡਿਸਟੈਂਸ ਕਿੰਨਾ ਵਾ, 10 ਮੀਟਰ। ਹੁਣ ਇਸ ਤੋਂ ਬਾਅਦ 'ਚ ਆਪਾਂ ਨੂੰ ਕਿਹਾ ਵਾ ਕਿ ਜਦੋਂ ਪਾਰਟੀਕਲ A ਪੁਆਇੰਟ 'ਤੇ ਪਹੁੰਚ ਗਿਆ, ਧਿਆਨ ਨਾਲ ਸਮਝੋ ਬੇਟਾ ਗੱਲ ਨੂੰ, ਜਦੋਂ ਪਾਰਟੀਕਲ A ਪੁਆਇੰਟ 'ਤੇ ਪਹੁੰਚ ਗਿਆ, ਵੈਲੋਸਿਟੀ ਤਾਂ ਹੁਣ ਉਹਦੀ ਹੈਗੀ 10 ਮੀਟਰ ਪਰ ਸੈਕਿੰਡ। ਇਹਨੂੰ ਭੁੱਲ ਜਾਓ ਅਜੇ 2 ਮਿੰਟ ਵਾਸਤੇ। ਵੈਲੋਸਿਟੀ ਹੈਗੀ ਆ 10 ਮੀਟਰ ਪਰ ਸੈਕਿੰਡ। ਪਰ A ਪੁਆਇੰਟ 'ਤੇ ਪਹੁੰਚਣ ਤੋਂ ਬਾਅਦ ਜਿਹੜਾ ਉਹਦਾ ਐਸਲਰੇਸ਼ਨ ਆ, ਉਹ ਆਪਾਂ ਕੀ ਕੀਤਾ, ਆਪਾਂ ਨੈਗੇਟਿਵ ਕਰਤਾ ਵਾ। ਇਹਦਾ ਮਤਲਬ ਕਿ ਹੁਣ ਆਪਾਂ ਐਸਲਰੇਸ਼ਨ ਅਪਲਾਈ ਕਰਨ ਡਏ ਟੂਵਰਡਸ ਦਾ ਲੈਫਟ, ਠੀਕ ਹੈ। ਐਸਲਰੇਸ਼ਨ ਆਪਾਂ ਇੱਧਰ ਨੂੰ ਅਪਲਾਈ ਕਰਨ ਡਏ ਹਾਂ। ਹੁਣ A ਪੁਆਇੰਟ ਦੇ ਉੱਤੇ ਵੈਲੋਸਿਟੀ ਹੈਗੀ ਆ 10 ਮੀਟਰ ਪਰ ਸੈਕਿੰਡ। ਜਦੋਂ ਆਪਾਂ ਐਸਲਰੇਸ਼ਨ ਨੈਗੇਟਿਵ ਅਪਲਾਈ ਕਰਾਂਗੇ, ਬੋਡੀ ਨੇ ਉਸੇ ਵੇਲੇ ਤਾਂ ਰੁਕ ਨਹੀਂ ਜਾਣਾ, ਬੋਡੀ ਨੇ ਥੋੜ੍ਹਾ ਜਿਹਾ ਮੂਵ ਕਰਕੇ ਰਾਈਟ ਨੂੰ ਫਿਰ ਰੁਕਣਾ ਵਾ, ਓਕੇ। ਹੁਣ ਆਪਾਂ ਫਾਈਂਡ ਕਰਨਾ ਵਾ ਕਿ ਜਦੋਂ ਆਪਾਂ ਐਸਲਰੇਸ਼ਨ ਅਪਲਾਈ ਕੀਤਾ -10 ਮੀਟਰ ਪਰ ਸੈਕਿੰਡ ਸਕੁਏਅਰ ਵਾਲਾ, ਅਤੇ A ਪੁਆਇੰਟ ਤੋਂ ਅੱਗੇ ਬੋਡੀ ਕਿੰਨੀ ਕੁ ਦੂਰ ਜਾਂਦੀ ਆ ਅਤੇ ਕਿੰਨਾ ਕੁ ਟਾਈਮ ਲੱਗਦਾ ਉਹਨੂੰ। ਕਲੀਅਰ। ਇਹਦਾ ਮਤਲਬ ਕਿ ਹੁਣ ਜਦੋਂ ਆਪਾਂ A ਤੋਂ B ਵੱਲ ਮੂਵ ਕਰਨਾ ਵਾ, ਸਿਰਫ ਇਸ ਪਾਰਟ ਵੱਲ ਦੇਖੋ ਤੁਸੀਂ ਧਿਆਨ ਨਾਲ, ਜਦੋਂ ਆਪਾਂ A ਤੋਂ ਲੈ ਕੇ B ਪਾਰਟ ਵੱਲ ਮੂਵ ਕਰਨਾ ਵਾ, ਆਪਾਂ ਇਨੀਸ਼ੀਅਲ ਵੈਲੋਸਿਟੀ ਕਿਹਨੂੰ ਮੰਨਾਂਗੇ, 10 ਮੀਟਰ ਪਰ ਸੈਕਿੰਡ ਨੂੰ। ਫਾਈਨਲ ਵੈਲੋਸਿਟੀ ਆਪਾਂ ਕਿੰਨੀ ਮੰਨਾਂਗੇ, 0। ਕਿਉਂ 0 ਮੰਨਾਂਗੇ, ਕਿਉਂਕਿ B ਪੁਆਇੰਟ ਦੇ ਉੱਤੇ ਜਾ ਕੇ ਪਾਰਟੀਕਲ ਰੁਕ ਜਾਂਦਾ ਵਾ, ਠੀਕ ਆ। ਐਸਲਰੇਸ਼ਨ ਆਪਾਂ ਕਿੰਨਾ ਮੰਨਾਂਗੇ, ਐਸਲਰੇਸ਼ਨ ਆਪਾਂ ਮੰਨਾਂਗੇ -10 ਮੀਟਰ ਪਰ ਸੈਕਿੰਡ ਸਕੁਏਅਰ, ਠੀਕ ਆ।
ये सारी वैल्यूज़ आप पुट की तो एक तो आप एस लभ लिया तो एक आप टी लभ लिया। ਇਹਦਾ मतलब कि डिस्टेंस कितना कवर होया, डिस्टेंस कवर होया 5 तो टाइम कितना लगा, टाइम लगा 1 सैकेंड कि 1 सैकेंड बाद वो पार्टिकल मूव करना बंद कर दिंदा वा। ठीक है, तो डिस्टेंस उन्ने टाइम तक कितना कवर हो जाता 5 मीटर। क्लीयर। हुण जदों पार्टिकल बी पॉइंट के उत्ते पहुँच गया, ठीक है, आप लभ लिया कि आ डिस्टेंस हैगा वा 5। ठीक है, आ जिहड़ा ए बी डिस्टेंस है ये आप लभ लिया कि ये कितना वा, ये हैगा 5। इत्थे टाइम कितना लगा, इत्थे टाइम लगा वा 2 सैकेंड, इत्थे टाइम कितना लगा, इत्थे टाइम लगा 1 सैकेंड। मतलब टोटल टाइम हुण कितना खराब हो गया अपना, टोटल टाइम अपना 3 सैकेंड लग चुकिया वा। ठीक है, तो डिस्टेंस कितना टोटल कवर हो गया, डिस्टेंस टोटल कवर हो गया वा 25। हुण आपां नूं इस क्वेश्चन च पुछया वा कि ये टोटल डिस्टेंस कितना कवर कर लैंदा वा, टोटल डिस्टेंस 40 कर लैंदा वा। तो लभो कि जदों वो इन्ना डिस्टेंस कवर कर लूगा टोटल कितना टाइम लगूगा। हुण तक कितना टाइम लगा वा, हुण तक टाइम लगा वा 2 + 1 3 सैकेंड। तो डिस्टेंस कितना कवर होया वा 15। हुण पार्टिकल ने की करना वा, हुण पार्टिकल ने बी तो सी वाल नूं मूव करना शुरू करना वा, बी तो सी वाल नूं। हुण जदों वो बी तो सी वाल नूं मूव करूगा, ठीक है, कितना डिस्टेंस होर कवर करना उन्हें, टोटल कवर करना 40, 15 पहला कवर कर चुके, कितना होर कवर करूगा 25। ਇਹਦਾ मतलब कि हुण एस नूं कितना मन्नांगे आपां 25। हुण ਇਹਦੇ ਵੱਲ देखो बी पॉइंट ਵੱਲ, हुण जदों वो बी पॉइंट तो मूव करना शुरू करदा वा लैफ्ट वाले पासे नूं, इनीशियल वेलोसिटी कितनी है 0 क्योंकि पार्टिकल रस्ट पोजीशन ते पहुँच चुकिया वा। एफ की वैल्यू कितनी है, एफ की वैल्यू अपने को हैगी है 10। हुण इत्थे -10 नहीं लिखना आपां, इत्थे 10 लिखना। 10 किहड़ी गल्लों लिखना वा, क्योंकि एसलरेशन हैगी है टूवर्ड्स द लैफ्ट, तो आप जिहड़ा मोशन भी कैलकुलेट करन डे वो भी किधर नूं, वो भी लैफ्ट पासे नूं ही है ना। इस करके एफ की वैल्यू इत्थे +10 बननी है। आ तिन्ने वैल्यूज़ याद रखो, ये आप पुट करदियाँ इस फॉर्मूले दे विच। ठीक है, इस फॉर्मूले च पुट करके आप फाइंड कर लिया। आ देखो ध्यान नाल, इस फॉर्मूले आप पुट करती, इस फॉर्मूले पुट करके आप फाइंड कर लिया कि टी की वैल्यू कितनी है। टी की वैल्यू हैगी √5। ठीक है, यदा मतलब कि जोड़ा बाकी का 25 मीटर हैगा वा वो कवर करने वास्ते कितना टाइम लगा वा, √5 सैकेंड। ठीक है, हुण पहले डिस्टेंस कवर करने 2 लगा ही, उस तो अगला कवर करने 1 लगा ही, उस तो अगला कवर करने √5 सैकेंड लगे। इन्होंने तिनों प्लस करता तो अपने को आ गया टोटल टाइम जोड़ा पार्टिकल कंज्यूम करता वा 40 मीटर कवर करने वास्ते। ओके, लगी बेटा समझ आ रहा हूँ, क्लीयर। हाँ जी बेटा, 4th क्वेश्चन च अपन क्या वा कि कोई बस हैगी आ, सपोज करो बस हैगी बी पॉइंट ते, बस ने की किया, बस का इत्थे बी पॉइंट ते कोई स्टॉपेज हैगा, बस इत्थे रुकी तो उस तो बाद इत्थों मूव करनी शुरू करती बी तो सी वाल नूं। हुण बी तो जो बस मूव करनी शुरू की तो वो इनीशियल वेलोसिटी कितनी आ 0, क्योंकि बस उत्थे रोक के फिर तुरी है ना। इनीशियल वेलोसिटी हैगी आ 0। ओके, हुण एसलरेशन बस दा बी पॉइंट ते कितना आपां नूं गिवन हैगा वा 1/3 मीटर/सेकंड स्क्वेयर। हुण इस क्वेश्चन च आपां नूं क्या वा कि बस इत्थों तुर पई आ तो कोई बंदा हैगा वा एम पॉइंट के उत्ते जिहड़ा बस तो कितनी दूर आ 13 मीटर दूर आ। ठीक है, 13 मीटर का मतलब कितना हो गया 40/3 मीटर। बंदा इन्नी दूर आ, बंदे ने की किया बस नूं फड़न वास्ते बस वाल नूं भजना शुरू करता। हुण बस वाल नूं जदों बंदा भजन डिया वा तो किन्नी इनीशियल वेलोसिटी नाल भजदा पिया वा 3 मीटर/सेकंड। ठीक है, तो डिस्टेंस उन्हें कितना कवर करना वा 40/3 मीटर। इस क्वेश्चन दे विच आपां नूं क्या वा कि दसो कि कितना टाइम लगूगा कि बंदा बस नूं कैच कर ले। ठीक है, कि बस ते ओदी पोजीशन इक्को होवे। ठीक है, आप सब तो पहले आ चीज़ लभ लीए कि एट वॉट टाइम विल मैन बी एबल टू कैच द बस। सब तो पहले आप आ लभ लीए, आ फिर बाद च गल करांगे। ठीक है, अगली पार्ट दी। ठीक, इस करके सॉल्व करने वास्ते सब तो पहले आप इत्थे डिस्टेंस लिखता, सिंपलीफाई किया, 40/3 मीटर आ गया। हुण मोशन ऑफ मैन, हुण मोशन फाइंड करने वास्ते सब तो पहले आप लैट किया कि आ जिहड़ा डिस्टेंस आ एक डिस्टेंस कितना वा एस। हुण तुसीं चेते रखना कि सी पॉइंट किहड़ा पॉइंट आ, सी पॉइंट वो वाला पॉइंट है जिथे मैन की करता वा बस नूं कैच कर लैंदा वा।
ठीक है, मतलब मैन दी ते बस की सेम पोजीशन हो जाती है। ओके, ये कितना डिस्टेंस आ, सपोज करो ये डिस्टेंस है एस, ਇਹਦਾ मतलब बस ने कितना डिस्टेंस कवर किया, बस ने डिस्टेंस कवर किया एस, पर मैन ने कितना डिस्टेंस कवर किया, मैन बंदे ने डिस्टेंस कवर किया एस प्लस 40/3। आ वेखो आ डिस्टेंस की आ जिहड़ा बंदे ने कवर किया वा। ओके, हुण आपां सारिआं नूं फॉर्मूला पता कि डिस्टेंस काहदे बराबर हुंदा वा, स्पीड इंटू टाइम। ठीक है, फॉर्मूला पता ही आपां नूं, बेसिक छोटी क्लासां तो पढ़ते हैं। हुण डिस्टेंस जिहड़ा बंदे ने कवर किया वो कितना वा, एस प्लस 40/3। ठीक है, हुण इस तो बाद टाइम उन्होंने कितना लगा वा, टाइम उन्होंने मैनू नहीं पता कितना लगा, वो तो लभना आपां, इस करके आपां लैट कर लिया कि टाइम कितना वा टी। हुण एस एस का मतलब स्पीड। ठीक है, कि किहड़ी स्पीड नाल भज्जण डिया वा, वो भज्जण डिया वा 3 मीटर पर सैकेंड की स्पीड ने, तो मतलब एस कितना हो गया, एस हो गया 3। ठीक है, आ फॉर्मूला लगा के अपने को आ चीज़ आ गई, एस प्लस 40/3 प्लस इज इक्वल्स टू 3t। ये कित्थों आया, डिस्टेंस इज इक्वल टू स्पीड इंटू टाइम। जो आप सेम फॉर्मूला मोशन ऑफ बस से लावांगे, हुण बस ने कितना डिस्टेंस कवर किया वा, एस। ठीक है, हुण इत्थे आप फॉर्मूला लाउंदे पए आ, एस इज इक्वल्स टू यू टी प्लस हाफ ए टी स्क्वेयर वाला। ठीक है, इत्थे आ फॉर्मूला लगाउंदे पे आप। ठीक है, यू का मतलब इनीशियल वेलोसिटी, जो बस ने मूव करना शुरू किया वो इनीशियल वेलोसिटी कितनी ही, 0। ओके, सिंपलीफाई किया, सिंपलीफाई करके अपने को आंसर आ गया कि एस की वैल्यू आ गई 1/6 टी स्क्वेयर। ठीक, हुण इन्हां दोनों इक्वेशनस दे विच एस आउंदा पिया वा, आपां की कीता, दोवां नूं माइनस करता, माइनस कीते की हो गया, एस एलीमीनेट हो गया, तो अपने को एक क्वाड्रेटिक इक्वेशन बन गई टी दे विच। एस क्वाड्रेटिक इक्वेशन में जो आप सिंपलीफाई किया, टी की वैल्यू 8 आ गई तो 10 आ गई। यदा मतलब कि 8 सैकेंड बाद तो 10 सैकेंड बाद बंदे की तो मैन की पोजीशन सेम होगी। हुण इहदा की मतलब आ, ध्यान नाल समझो। सपोज करो कि बंदे ने इस पॉइंट तो भजना शुरू किया। ठीक है, बस ने इस पॉइंट तो मूव की बस, तो इस पॉइंट तो इन्हें बस नूं कैच कर लिया। हुण कैच तो बंदा तां ही कर सकता जो स्पीड बस तो ज़्यादा ही है। ठीक है, हुण आ डिस्टेंस कवर करने वास्ते उन्होंने लगे टोटल 8 सैकेंड। अपने दो आंसर आए ना, 8 ते 10। ठीक है, आ डिस्टेंस कवर करने वास्ते उन्होंने टोटल कितने लगे, उन्होंने टोटल लगे 8 सैकेंड। हुण जदों वो सी पॉइंट ते पहुँच गया तो होना की आ कि वो तो चलो भजदा जा रहा वा। ठीक है, जो वो सपोज करो बस नूं कैच नहीं करता, ओके, तो इस डिस्टेंस ते पहुँच जाता, आ हैगा C2। हुण बस तो मूव करन डई है, बस की स्पीड लगातार वधदी जान डई है। ओके, हुण C2 पॉइंट ते की होना कि बंदा तो चलो भजन डिया वा, बस उन्होंने क्रॉस करके गांह लंघ गई है। ओके, ਇਹਦਾ मतलब कि ਜਿਹੜਾ सी पॉइंट आ, सी पॉइंट ਤੇ ਕੀ ਸੀ ਕਿ ਬੰਦੇ ਦੀ ਤੇ ਬੱਸ ਦੀ ਸੇਮ ਪੋਜੀਸ਼ਨ ਹੈਗੀ ਸੀ, ਪਰ ਉੱਥੇ ਬੰਦੇ ਦੀ ਸਪੀਡ ਥੋੜੀ ਬੱਸ ਤੋਂ ਵੱਧ ਹੈਗੀ ਸੀ। C2 पॉइंट ਤੇ ਕੀ ਹੋਣਾ ਵਾ ਕਿ ਬੱਸ ਨੇ ਬੰਦੇ ਨੂੰ क्रॉस ਕਰ ਦੇਣਾ ਵਾ। ਕਿਉਂ? ਕਿਉਂਕਿ ਬੱਸ ਦੀ ਵੈਲੋਸਿਟੀ ਹੁਣ ਇਸ ਪੁਆਇੰਟ ਤੇ ਆ ਕੇ ਬੰਦੇ ਤੋਂ ਜ਼ਿਆਦਾ ਹੋ ਗਈ ਹੈ। ਠੀਕ ਆ, ਕਲੀਅਰ। ਇਸ ਕਰਕੇ ਆਪਾਂ ਇੱਥੇ ਐਕਸਪਲੇਨ ਕਰਨਾ ਕਿ ਡਬਲ ਆਂਸਰ ਆਪਣੇ ਕਿਉਂ ਆਏ ਆ। ਡਬਲ ਆਂਸਰ ਆਪਣੇ ਇਸ ਕਰਕੇ ਆਏ ਆ क्योंकि जो 8 सैकेंड होए सी उदों बंदे की वेलोसिटी ऑफ बस कितनी ही 2/3। इनू सिंपलीफाई करांगे कितना हो गया 3 2 6 6 + 2 8/3 कि 8 सैकेंड जो टाइम निकलिया। ठीक है, 8 सैकेंड बाद बस की स्पीड कितनी हैगी 8/3 तो बंदे की स्पीड कितनी हैगी ही आ वेखो ध्यान नाल 3 3 9 9 + 1 10 10/3। ठीक है, इसका मतलब कि 8 सैकेंड के 8 सैकेंड बाद बंदे की स्पीड बस तो ज़्यादा हैगी सी, ताइयों तो इन्हें कैच की बस। ओके, इस तो बाद वो कंसैप्ट जो मैं तुहानूं दस्सिया वा कि अगे C2 पॉइंट पर जाके की हो जाता वा कि बस की स्पीड बंदे तो ज़्यादा हो जाती है, इस करके बस उन्होंने क्रॉस कर जाती है। ओके, अगे नैक्सट पार्ट के आपां नूं पुछया वा कि जे बंदा 13/1/2 मीटर पिछे हुंदा तो फिर दसो कि वो बस नूं किन्ने टाइम बाद कैच करदा। ठीक है, जे बंदा इन्ना दूर हुंदा तो बस नूं कैच करन नूं किन्ना टाइम लगदा। इत्थे किन्ना दूर ही, इत्थे 13/1/3 ही, इत्थे 13/1/2 आ। ओके,
ਇਹਦਾ ਮਤਲਬ ਕਿ ਆ ਸੇਮ ਕੁਐਸਚਨ ਨੂੰ ਦੁਬਾਰਾ ਆਪਾਂ ਰਿਪੀਟ ਕਰ ਸਕਦੇ ਹਾਂ ਜਿੱਦਾਂ ਇਹਨੂੰ ਸੋਲਵ ਕਰਨਾ ਸ਼ੁਰੂ ਕੀਤਾ, ਸਿਰਫ 13/1/3 ਦੀ ਥਾਂ 'ਤੇ ਆਉਣਾ 13/1/2। ਠੀਕ ਆ, ਇਹਦਾ ਮਤਲਬ ਕਿ ਸਾਰਾ ਕੁਝ ਸੇਮ ਰਹਿਣਾ, ਸਿਰਫ ਆ ਜਿੱਥੇ 40/3 ਆ 40/3 ਦੀ ਥਾਂ 'ਤੇ ਆਪਣੇ ਕੋ ਆ ਗਿਆ 27/2। ਬਾਕੀ ਸਾਰਾ ਕੁਝ ਐਜ਼ ਇਟ ਇਜ਼ ਰਹਿਣਾ। ਠੀਕ ਆ, ਅਤੇ ਇਸ ਕਰਕੇ ਤੁਸੀਂ ਕੀ ਕਰ ਸਕਦੇ ਜੇ, ਤੁਸੀਂ ਇਹਨੂੰ ਇਕੁਏਸ਼ਨ ਨੰਬਰ 3 ਮੰਨ ਸਕਦੇ ਜੇ ਜਿਹੜੀ ਆ ਲਿਖੀ ਆ। ਠੀਕ ਆ, ਇਸ ਇਕੁਏਸ਼ਨ ਨੰਬਰ 3 ਦੇ ਵਿੱਚ ਸਿਰਫ 40/3 ਦੀ ਥਾਂ 'ਤੇ ਤੁਸੀਂ ਲਿਖ ਦਿਓ 27/2 ਅਤੇ ਸੋਲਵ ਕਰ ਲਓ, ਤੁਹਾਡੇ ਕੋਲ ਆਨਸਰ ਆ ਜਾਏਗਾ। ਆਨਸਰ ਆ ਗਿਆ 9 ਸੈਕਿੰਡ। ਇਹਦਾ ਮਤਲਬ ਕਿ ਜੇ ਡਿਸਟੈਂਸ ਹੁੰਦਾ 13/1/2 ਮੀਟਰ ਅਤੇ ਬੰਦੇ ਨੂੰ ਬੱਸ ਨੂੰ ਕੈਚ ਕਰਨ ਨੂੰ ਕਿੰਨਾ ਟਾਈਮ ਲੱਗਣਾ ਸੀ, 9 ਸੈਕਿੰਡ। ਠੀਕ ਆ, ਹੁਣ ਇਹ ਤੋਂ ਬਾਅਦ ਥਰਡ ਪਾਰਟ 'ਚ ਆਪਾਂ ਨੂੰ ਕੀ ਕਿਹਾ ਕਿ ਜੇ ਬੰਦਾ 13/1/2 ਮੀਟਰ ਤੋਂ ਵੀ ਪਿੱਛੇ ਹੁੰਦਾ ਅਤੇ ਫਿਰ ਦੱਸੋ ਉਹਨੂੰ ਕਿੰਨਾ ਟਾਈਮ ਲੱਗਣਾ ਸੀ। ਠੀਕ ਆ, ਹੁਣ ਆਪਾਂ ਮੰਨ ਲਿਆ ਕਿ ਬੰਦਾ 13/1/2 ਮੀਟਰ ਤੋਂ ਹੋਰ ਪਿੱਛੇ ਆ, ਹੋਰ ਕਿੰਨਾ ਪਿੱਛੇ ਆ, ਆਪਾਂ ਮੰਨ ਲਿਆ ਹੋਰ ਐਕਸ ਡਿਸਟੈਂਸ ਪਿੱਛੇ ਹੈਗਾ ਵਾ, ਇੱਥੇ ਐਕਸ ਸਿਲੈਕਟ ਕਰ ਲਿਆ। ਇਹਦਾ ਮਤਲਬ ਕਿ ਬੰਦਾ ਬੱਸ ਤੋਂ ਟੋਟਲ ਕਿੰਨੀ ਦੂਰ ਹੈਗਾ ਵਾ, 13/1/2 ਪਲੱਸ ਐਕਸ, ਕਿਉਂਕਿ ਐਕਸ ਆਪਾਂ ਨੂੰ ਦੱਸਿਆ ਨਹੀਂ ਨਾ ਕਿੰਨਾ ਵਾ। ਹੁਣ ਐਕਸ ਜੋ ਵੀ ਹੋਊਗਾ ਅਤੇ ਪੋਜ਼ੀਟਿਵ, ਕਿਉਂਕਿ ਡਿਸਟੈਂਸ ਕਦੀ ਨੈਗੇਟਿਵ ਨਹੀਂ ਹੁੰਦਾ। ਆ ਸੇਮ ਜਦੋਂ ਆਪਾਂ ਇਕੁਏਸ਼ਨ ਨੰਬਰ 3 ਕਿਹਾ, ਇਹਦੇ ਵਿੱਚ 40/3 ਦੀ ਥਾਂ 'ਤੇ ਆਪਾਂ ਪੁੱਟ ਕਰਤਾ 13/1/2 ਐਕਸ। ਇਹਨੂੰ ਸਿੰਪਲੀਫਾਈ ਕਰ ਲਿਆ, ਸਿੰਪਲੀਫਾਈ ਕਰਕੇ ਵੇਖੋ ਆਹ ਰਿਜ਼ਲਟ ਜਿਹਾ ਆ ਗਿਆ ਇੱਕ। ਹੁਣ ਇਸ ਰਿਜ਼ਲਟ ਦੇ ਵਿੱਚ ਜੇ ਤੁਸੀਂ ਲੈਫਟ ਹੈਂਡ ਸਾਈਡ 'ਤੇ ਵੇਖੋਗੇ ਤਾਂ ਲੈਫਟ ਹੈਂਡ ਸਾਈਡ 'ਤੇ ਹੈਗਾ ਵਾ T-9 ਦਾ ਹੋਲ ਸਕੁਏਅਰ। ਆਪਾਂ ਨੂੰ ਪਤਾ ਕਿ ਕਿਸੇ ਵੀ ਨੰਬਰ ਦਾ ਸਕੁਏਅਰ ਕਦੀ ਨੈਗੇਟਿਵ ਨਹੀਂ ਹੋ ਸਕਦਾ। ਇਹਦਾ ਮਤਲਬ ਲੈਫਟ ਹੈਂਡ ਸਾਈਡ 'ਤੇ ਜਿਹੜੀ ਕੁਆਂਟੀਟੀ ਆ ਉਹ ਕਿੱਦਾਂ ਦੀ ਆ, ਪੋਜ਼ੀਟਿਵ। ਅਤੇ ਰਾਈਟ ਹੈਂਡ ਸਾਈਡ 'ਤੇ ਕੀ ਲਿਖਿਆ ਵਾ, -6। ਇਹਦਾ ਮਤਲਬ ਕਿ ਇਹ ਕੀ ਚੀਜ਼ ਆ, ਇਹ ਹੈਗੀ ਨੈਗੇਟਿਵ ਕੁਆਂਟੀਟੀ। ਹੁਣ ਇੱਦਾਂ ਤਾਂ ਕਦੀ ਹੋ ਨਹੀਂ ਸਕਦਾ ਕਿ ਨੈਗੇਟਿਵ ਕੁਆਂਟੀਟੀ ਅਤੇ ਪੋਜ਼ੀਟਿਵ ਕੁਆਂਟੀਟੀ ਦੋਵੇਂ ਇੱਕ ਦੂਜੇ ਦੇ ਬਰਾਬਰ ਹੋਣ। ਠੀਕ ਆ, ਇਹਦਾ ਮਤਲਬ ਕਿ ਜੇ ਬੰਦਾ 13/1/2 ਤੋਂ ਜ਼ਿਆਦਾ ਦੂਰ ਹੋਇਆ ਤਾਂ ਉਹ ਕਦੀ ਬੱਸ ਨੂੰ ਕ੍ਰੋਸ ਕੈਚ ਕਰ ਹੀ ਨਹੀਂ ਸਕਦਾ। ਠੀਕ ਆ, ਸਮਝਾਉਣ ਦਾ ਇੱਥੇ ਇਹ ਮਤਲਬ ਹੀ ਚੰਗਾ। ਠੀਕ ਆ, ਅੱਗੇ ਆ ਜਿਹੜੀ ਐਗਜ਼ਾਮਪਲ ਨੰਬਰ 5 ਹੈਗੀ ਆ। ਠੀਕ ਆ, ਇਹ ਵੀ ਸਿੰਪਲ ਰਿਜ਼ਲਟਸ ਯੂਜ਼ ਕੀਤੇ ਆ। ਠੀਕ ਆ, ਉਹਨਾਂ ਨੂੰ ਪਲੱਸ ਮਾਈਨਸ ਕਰਕੇ ਰਿਜ਼ਲਟ ਲੱਭੇ ਆ। ਠੀਕ ਆ, ਐਗਜ਼ਾਮਪਲ ਨੰਬਰ 6 ਇਹ ਵੀ ਤੁਸੀਂ ਆਪੇ ਕਰਕੇ ਦੇਖਣੀ ਆ। ਠੀਕ ਹੈ, ਇਹ ਸਾਰੀਆਂ ਐਗਜ਼ਾਮਪਲਸ ਤੁਸੀਂ ਆਪੇ ਪੜ੍ਹਨੀਆਂ ਵਾ। 6, 7 ਇਹਨਾਂ ਦੇ ਵਿੱਚ ਸਿਰਫ ਬੇਸਿਕ ਫਾਰਮੂਲੇ ਯੂਜ਼ ਕਰਕੇ, ਠੀਕ ਹੈ, ਰਿਜ਼ਲਟਸ ਜਿਹੜੇ ਆਪਾਂ ਨੂੰ ਗਿਵਨ ਹੈਗੇ ਉਹ ਪੁੱਟ ਕਰਕੇ ਫਿਰ ਉਹਨਾਂ ਨੂੰ ਸਿੰਪਲੀਫਾਈ ਕੀਤਾ ਵਾ ਪਲੱਸ ਮਾਈਨਸ ਕਰਨ ਤੋਂ ਬਾਅਦ 'ਚ। ਠੀਕ ਹੈ, ਤੁਸੀਂ ਇਹ ਸਾਰੀਆਂ ਐਗਜ਼ਾਮਪਲਾਂ ਸਮਝਣ ਤੋਂ ਬਾਅਦ 'ਚ 2A ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰੋ ਚੰਗਾ। ਜੇ ਕੋਈ ਕੁਐਸਚਨ ਨਹੀਂ ਹੋਇਆ ਤਾਂ ਮੈਨੂੰ ਦੱਸਿਓ, ਮੈਂ ਕਰਾਉਂਦਾ ਤੁਹਾਨੂੰ। ਠੀਕ ਹੈ, ਬਾਕੀ ਮੈਨੂੰ ਲੱਗਦਾ ਮੈਜੋਰਿਟੀ ਕੁਐਸਚਨ ਤੁਹਾਡੇ ਤੋਂ ਹੋ ਜਾਣਗੇ। ਠੀਕ ਹੈ, ਇਹ ਸਾਰਿਆਂ ਨੇ ਕੁਐਸਚਨਸ ਟਰਾਈ ਕਰਨੇ ਆ ਅਤੇ ਮੈਨੂੰ ਇਨਫੋਰਮ ਕਰਨਾ ਵਾ। ਕਲੀਅਰ ਬੇਟਾ ਸਾਰਿਆਂ ਦੇ? ਓਕੇ, ਹੁਣ ਨੈਕਸਟ ਵੀਡੀਓ ਮੈਂ ਬਣਾਉਂਗਾ ਤੁਹਾਡੇ ਡਾਊਟਸ ਦੀ, ਉਹ ਤੁਸੀਂ ਇਹਨੂੰ ਐਕਸਰਸਾਈਜ਼ ਨੂੰ ਸੋਲਵ ਕਰੋ ਅਤੇ ਮੈਨੂੰ ਦੱਸੋ ਕਿ ਕਿਹੜੇ ਕਿਹੜੇ ਕੁਐਸਚਨਸ ਮਤਲਬ ਨਹੀਂ ਹੋਏ ਤੁਹਾਡੇ ਤੋਂ। ਓਕੇ, ਥੈਂਕ ਯੂ ਬੇਟਾ ਸਾਰਿਆਂ ਦਾ।